ਬੜੀ ਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੰਮ੍ਰਿਤਮਈ ਬਾਣੀ ਦੇ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਕਲਮ ਜਲੋ ਸਣ ਮਸਵਾਣੀਐ, ਕਾਗਦ ਭੀ ਜਲ ਜਾਓ। ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਪੌੜੀ ਰੂਪ ਦੇ ਵਿੱਚ ਜੋ ਵਾਰ ਦਾ ਉਚਾਰਨ ਕੀਤਾ, ਸ਼੍ਰੀ ਰਾਗ ਦੇ ਵਿੱਚ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਲੋਕਾਂ ਦੇ ਨਾਲ ਅੰਮ੍ਰਿਤਮਈ ਬਾਣੀ ਵਿੱਚ ਸੁਭਾਏਮਾਨ ਕੀਤਾ ਹੈ। ਅੱਜ ਦੇ ਇਹ ਪਾਵਨ ਬਚਨ ਜੋ ਆਪ ਜੀ ਨੇ ਸਰਵਨ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 84 ਦੇ ਉੱਪਰ ਸੁਭਾਏਮਾਨ ਹੈ। ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਨੇ, ਔਰ ਪੌੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਹੈ। ਵਾਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 22 ਵਾਰਾਂ ਨੇ, 22 ਵਾਰਾਂ ਵਿੱਚੋਂ ਇਹ ਪਹਿਲੀ ਵਾਰ ਹੈ ਤੇ ਹਰ ਵਾਰ ਆਪ ਜੀ ਦੇ ਨਾਲ ਇਹ ਸਾਂਝ ਪਾਈ ਕਿ ਪੂਰੀ ਵਾਰ ਜਿਹੜੀ ਹੈ ਉਹਦਾ ਮੂਲ ਰੂਪ ਪੌੜੀ ਹੈ। ਸ਼ਲੋਕਾਂ ਨੂੰ ਇਹਦੇ ਨਾਲ ਸੁਭਾਏਮਾਨ ਕੀਤਾ ਗਿਆ। ਇਸ ਲਈ ਆਪਾਂ ਪਹਿਲਾਂ ਪੌੜੀ ਦੀ ਵਿਚਾਰ ਨੂੰ ਸੰਖੇਪ ਰੂਪ ਵਿੱਚ ਸਮਝ ਕੇ ਤੇ ਸ਼ਲੋਕ ਜੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਪ ਜੀ ਨੇ ਸਰਵਨ ਕੀਤਾ, ਉਹਨੂੰ ਸਮਝਣ ਦਾ ਯਤਨ ਕਰੀਏ। ਗੁਰੂ ਰਾਮਦਾਸ ਮਹਾਰਾਜ ਜੀ ਨੇ ਪੌੜੀ ਦੇ ਇਸ ਪਾਠ ਵਿੱਚ, ਇਸ ਸ਼ਬਦ ਵਿੱਚ ਕਿਰਪਾ ਕੀਤੀ। ਕਰਤਾ ਪੁਰਖ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ, ਜਿਹਦੀ ਵਡਿਆਈ ਵੱਡੀ ਹੈ, ਕਿਉਂਕਿ ਉਹਦੇ ਘਰ ਦੇ ਵਿੱਚ ਸਦਾ ਨਿਆਂ ਹੈ, ਇਨਸਾਫ ਹੈ। ਵਾਹਿਗੁਰੂ ਜੀ ਦੀ ਵਡਿਆਈ ਵੱਡੀ ਹੈ, ਜਿਹਦੀ ਉਸਤਤ ਕੀਤਿਆਂ ਸਾਡੇ ਦੁੱਖ ਦੂਰ ਹੁੰਦੇ ਨੇ। ਕਰਤੇ ਦੀ ਵਡਿਆਈ ਇਸ ਲਈ ਵੱਡੀ ਹੈ, ਜੋ ਸਾਡੇ ਜਿੰਦ ਆਤਮਾ ਨੂੰ ਫਲ ਚਾਹੀਦਾ ਹੈ, ਉਹਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜੀ ਦੀ ਵਡਿਆਈ ਇਸ ਵਾਸਤੇ ਹੈ
ਕਿ ਉਹ ਕਦੇ ਵੀ ਕਿਸੇ ਚੁਗਲਖੋਰ ਦੀ ਕੀਤੀ ਹੋਈ ਚੁਗਲੀ ਦੇ ਬੋਲ ਨਹੀਂ ਸੁਣਦਾ, ਜਾਂ ਕੋਈ ਵੀ ਐਸਾ ਫੈਸਲਾ ਉਹ ਨਹੀਂ ਲੈਂਦਾ ਕਿਸੇ ਨਿੰਦਕ, ਕਿਸੇ ਚੁਗਲ ਦੇ ਬੋਲ ਸੁਣ ਕੇ। ਉਹਦੀ ਵਡਿਆਈ ਐਸੀ ਹੈ ਕਿ ਜਦੋਂ ਉਹ ਬਖਸ਼ਿਸ਼ ਕਰਦਾ ਹੈ ਤੇ ਕਿਸੇ ਨੂੰ ਪੁੱਛ ਕੇ ਨਹੀਂ ਕਰਦਾ। ਹੁਣ ਪਰਮੇਸ਼ਵਰ ਤਾਂ ਦਇਆਲ ਹੈ, ਪਰਮੇਸ਼ਵਰ ਤਾਂ ਕਿਰਪਾਲੂ ਹੈ, ਉਹ ਤੇ ਸਦਾ ਮਿਹਰਬਾਨ ਹੈ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਉਹ ਤੇ ਸਦਾ ਮਿਹਰ ਕਰਨ ਵਾਲੇ ਨੇ, ਉਹ ਸਦਾ ਹੀ ਦਇਆ ਵਰਤਾਉਣ ਵਾਲੇ ਨੇ, ਕਿਰਪਾ ਵਰਤਾਉਣ ਵਾਲੇ ਨੇ। ਇਸ ਲਈ ਪਰਮੇਸ਼ਵਰ ਕੋਲੋਂ ਤੇ ਕਦੇ ਕੁਝ ਗਲਤ ਨਹੀਂ ਹੋ ਸਕਦਾ। ਪਰਮੇਸ਼ਵਰ ਦਾ ਫੈਸਲਾ ਵੀ ਗਲਤ ਨਹੀਂ ਹੈ। ਤੇ ਫਿਰ ਸਾਡੀ ਜ਼ਿੰਦਗੀ ਵਿੱਚ ਜਿਹੜੇ ਦੁੱਖ ਸੁੱਖ ਆਉਂਦੇ ਨੇ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੈ ਕਿ ਸਾਡੇ ਆਪਣੇ ਹੀ ਕੀਤੇ ਹੋਏ ਕਰਮ ਨੇ। ਇਹ ਜਿੰਨਾ ਵੀ ਅਸੀਂ ਦੁੱਖ ਸੁੱਖ ਭੋਗਦੇ ਹਾਂ, ਇਹ ਸਾਡੇ ਆਪਣੇ ਹੀ ਕੀਤੇ ਹੋਏ ਕਰਮ ਦਾ ਫਲ ਹੈ। ਠੀਕ ਹੈ, ਕਲਮ ਜਿਹੜੀ ਚੱਲਣੀ ਹੈ ਉਹ ਪਰਮੇਸ਼ਵਰ ਦੇ ਹੱਥ ਤੋਂ ਹੀ ਚੱਲਣੀ ਹੈ, ਉਹਦੇ ਹੁਕਮ ਰੂਪੀ ਹੱਥ। ਧਿਆਨ ਰੱਖਣਾ, ਜਿਹੜਾ ਉਹਦਾ ਹੁਕਮ ਹੈ ਉਸ ਹੁਕਮ ਰੂਪੀ ਹੱਥ ਨਾਲ ਹੀ ਕਲਮ ਚੱਲਣੀ ਹੈ। ਪਰ ਉਹ ਕਲਮ ਜਿਹੜੀ ਚੱਲਣੀ ਹੈ ਉਹ ਸਾਡੇ ਕਰਮ ਨੂੰ ਦੇਖ ਕੇ ਚੱਲਣੀ ਹੈ। ਵਕੀਲ ਨੇ ਦਲੀਲ ਜਿਹੜੀ ਦੇਣੀ ਹੈ ਉਹ ਕਟਹਿਰੇ ਦੇ ਵਿੱਚ ਖਲੋਤੇ ਹੋਏ ਦੇ ਜੀਵਨ ਨੂੰ ਦੇਖ ਕੇ। ਜੱਜ ਦੀ ਕਲਮ ਚੱਲਣੀ ਹੈ ਫੈਸਲਾ ਸੁਣਾਉਣ ਵਾਸਤੇ। ਜੋ ਵਕੀਲ ਨੇ ਕਟਹਿਰੇ ਦੇ ਵਿੱਚ ਖਲੋਤੇ ਹੋਏ ਦੇ ਜੀਵਨ ਨੂੰ ਬਿਆਨ ਕੀਤਾ ਹੈ, ਉਹਦੇ ਜੀਵਨ ਦੇ ਮੁਤਾਬਕ ਹੀ ਜੱਜ ਨੇ ਜੋ ਫੈਸਲਾ ਕਰਨਾ ਹੈ, ਤੇ ਉਸ ਫੈਸਲੇ ਦੀ ਕਲਮ ਜਿਹੜੀ ਚੱਲਣੀ ਹੈ ਉਹ ਜੀਵਨ ਨੂੰ ਵੇਖ ਕੇ ਹੈ, ਜੱਜ ਦਾ ਆਪਣਾ ਫੈਸਲਾ ਨਹੀਂ। ਉਹਨੇ ਆਪਣੀ ਮਰਜ਼ੀ ਦਾ ਫੈਸਲਾ ਨਹੀਂ ਕਰਨਾ, ਉਹਨੇ ਕਰਨਾ ਹੈ ਜੀਵਨ ਦੇਖ ਕੇ ਜਿਹੜਾ ਸਾਹਮਣੇ ਖਲੋਤਾ ਹੈ, ਉਹਦਾ ਕਰਮ ਵੇਖ ਕੇ। ਪਰਮੇਸ਼ਵਰ ਦਾ ਵੀ ਆਪਣਾ ਫੈਸਲਾ ਨਹੀਂ ਹੈ, ਪਰਮੇਸ਼ਵਰ ਨੇ ਸਾਡੇ ਕਰਮ ਦਾ ਫਲ ਸਾਨੂੰ ਦੇਣਾ ਹੈ। ਇਸ ਲਈ ਦੋਸ਼ ਆਪਣੇ ਆਪ ਨੂੰ ਹੀ ਦਿੱਤਾ ਜਾ ਸਕਦਾ ਹੈ, ਦੋਸ਼ ਕਿਸੇ ਨੂੰ ਨਹੀਂ, ਜਾਂ ਪਰਮੇਸ਼ਵਰ ਨੂੰ ਨਹੀਂ। ਪਰ ਅਕਸਰ ਜਦੋਂ ਬੰਦਾ ਦੁਖੀ ਹੋਇਆ ਹੋਵੇ, ਇੱਕੋ ਹੀ ਗੱਲ ਕਹਿੰਦਾ ਵੀ ਰੱਬ ਨੇ ਚੰਗਾ ਨਹੀਂ ਕੀਤਾ, ਪਰਮਾਤਮਾ ਨੇ ਚੰਗਾ ਨਹੀਂ ਕੀਤਾ। ਇਹਦਾ ਮਤਲਬ ਅਸੀਂ ਸਿੱਧੇ ਰੂਪ ਵਿੱਚ ਦੋਸ਼ ਪਰਮਾਤਮਾ ਨੂੰ ਦੇ ਰਹੇ ਹਾਂ। ਅਸੀਂ ਸਿੱਧਾ ਆਪਣਾ ਆਪ ਵਿੱਚੋਂ ਦੀ ਅਲੱਗ ਕਰਕੇ ਵੀ ਮੇਰਾ ਕੋਈ ਦੋਸ਼ ਨਹੀਂ ਹੈ, ਇਹ ਸਾਰਾ ਦੋਸ਼ ਰੱਬ ਦਾ ਹੀ ਹੈ, ਮੈਨੂੰ ਹੀ ਦੁੱਖ ਦੇ ਰਿਹਾ ਹੈ, ਜਾਂ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਪਰ ਮਹਾਰਾਜ ਕਹਿੰਦੇ ਨਹੀਂ, ਗੁਰਬਾਣੀ ਇਹੀ ਤਾਂ ਚਾਨਣ ਬਖਸ਼ਦੀ ਹੈ, ਗੁਰਬਾਣੀ ਇਹੀ ਤਾਂ ਗਿਆਨ ਦਿੰਦੀ ਹੈ ਕਿ ਠੀਕ ਹੈ, ਹੱਥ ਹੁਕਮ ਦਾ ਉਹਦਾ ਹੈ, ਕਲਮ ਵੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ, ਪਰ ਚੱਲ ਰਹੀ ਹੈ ਤੇਰਾ ਆਚਰਣ, ਤੇਰਾ ਕਰੈਕਟਰ, ਤੇਰੀ ਸੋਚ ਵੇਖ ਕੇ, ਤੇਰਾ ਜੀਵਨ ਵੇਖ ਕੇ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਾਂ, ਜਿਹੜਾ ਉਹਨੇ ਲਿਖ ਦਿੱਤਾ ਉਹਨੂੰ ਮਿਟਾਇਆ ਵੀ ਨਹੀਂ ਜਾ ਸਕਦਾ। ਕਰਮ ਅਸੀਂ ਹੀ ਲਿਖਵਾ ਰਹੇ ਹਾਂ, ਉਹਦੇ ਹੁਕਮ ਵਿੱਚ ਲਿਖਿਆ ਜਾ ਰਿਹਾ। ਇਹ ਸਾਰੀਆਂ ਗੱਲਾਂ ਸਾਨੂੰ ਬਰੀਕੀ ਨਾਲ ਸਮਝਣੀਆਂ ਪੈਣੀਆਂ, ਕਿਉਂਕਿ ਗੁਰੂ ਅਮਰਦਾਸ ਜੀ ਨੇ ਤੇ ਅੱਜ ਸਾਰਾ ਕੁਝ ਹੀ ਕਹਿ ਦਿੱਤਾ। ਕਲਮ ਵੀ ਸੜ ਜਾਏ, ਲਿਖਣ ਵਾਲਾ ਵੀ ਸੜ ਜਾਏ, ਸ਼ਾਹੀ ਵੀ ਸੜ ਜਾਏ। ਹੁਣ ਏਡੀ ਵੱਡੀ ਗੱਲ ਆਪਾਂ ਪਰਮੇਸ਼ਵਰ ਨੂੰ ਤੇ ਨਹੀਂ ਕਹਿ ਸਕਦੇ। ਇਹ ਗੱਲ ਸਾਨੂੰ ਸਮਝਣੀ ਪੈਣੀ। ਪਹਿਲੇ ਇਹ ਗੱਲ ਸਮਝ ਕੇ ਚੱਲੀਏ ਕਿ ਪਰਮੇਸ਼ਵਰ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਫੈਸਲਾ ਕਰਕੇ ਸਾਨੂੰ ਫਲ ਦਿੱਤਾ, ਦੁੱਖ ਦਾ ਹੋਵੇ ਸੁੱਖ ਦਾ ਹੋਵੇ,
ਉਹ ਸਾਡੇ ਹੀ ਕੀਤੇ ਹੋਏ ਕਰਮ ਦੇ ਮੁਤਾਬਕ ਹੈ। ਜੈਸਾ ਬੀਜ ਪਾਇਆ ਸੀ ਵੈਸਾ ਉਹਦੇ ਹੁਕਮ ਵਿੱਚ ਫਲ ਲੱਗ ਗਿਆ। ਹੁਣ ਜਿਹਨੇ ਬੀਜ ਪਾਇਆ ਦੋਸ਼ ਉਹਦਾ ਹੈ, ਕਰਮ ਕਰਨ ਵਾਲੇ ਦਾ ਦੋਸ਼ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਾ। ਇਹ ਵੀ ਸੱਚ ਹੈ ਕਿ ਲੇਖ ਨ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਜੋ ਉਸ ਕਰਤੇ ਨੇ ਲਿਖਿਆ ਹੈ ਉਹਨੂੰ ਮਿਟਾਇਆ ਵੀ ਨਹੀਂ ਜਾ ਸਕਦਾ, ਪਰ ਕਸੂਰ ਕਿਹਦਾ ਹੈ? ਲਿਖਵਾਉਣ ਵਾਲੇ ਦਾ। ਉਹਨੇ ਲਿਖਾਇਆ ਹੀ ਉੱਦਾਂ ਹੈ। ਗੁਰਬਾਣੀ ਸਾਨੂੰ ਇਹ ਸੋਝੀ ਦੇ ਕੇ ਸਾਨੂੰ ਸਮਝਾਉਂਦੀ ਹੈ ਵੀ ਚੱਲ ਜਿਹੜਾ ਤੂੰ ਲੇਖ ਕਰਮ ਕਰਕੇ ਲਿਖਾ ਲਿਆ ਠੀਕ ਹੈ, ਅੱਗੋਂ ਤੇ ਚੰਗਾ ਲਿਖਾ ਲੈ, ਅੱਗੋਂ ਤੇ ਸੋਚ ਆਪਣੀ ਚੰਗੀ ਰੱਖ, ਅੱਗੋਂ ਤੇ ਕਰਮ ਚੰਗਾ ਕਰ ਤਾਂ ਕਿ ਤੈਨੂੰ ਚੰਗਾ ਫਲ ਮਿਲੇ। ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ। ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਕਿ ਕਿਵੇਂ ਤੂੰ ਆਪਣੀ ਜ਼ਿੰਦਗੀ ਜਿਹੜੀ ਆ ਉਹ ਜੀਵਣੀ ਹੈ, ਸੋਚ ਆਪਣੀ ਕਿੱਦਾਂ ਦੀ ਰੱਖਣੀ ਹੈ। ਦੋਵੇਂ ਗੱਲਾਂ ਗੁਰਬਾਣੀ ਵਿੱਚ ਕੀਤੀਆਂ ਨੇ, ਮਨਮੁਖ ਦੀ ਵੀ ਤੇ ਗੁਰਮੁਖ ਦੀ ਵੀ। ਚੰਗੇ ਦੀ ਉਦਾਹਰਨ ਵੀ ਦਿੱਤੀ ਹੈ ਤੇ ਮਾੜੇ ਦੀ ਉਦਾਹਰਨ ਵੀ ਦਿੱਤੀ ਹੈ। ਅੰਮ੍ਰਿਤ ਦੀ ਗੱਲ ਵੀ ਕੀਤੀ ਹੈ ਤੇ ਜ਼ਹਿਰ ਦੀ ਗੱਲ ਵੀ ਕੀਤੀ ਹੈ। ਮਿਠਾਸ ਦੀ ਗੱਲ ਵੀ ਕੀਤੀ ਹੈ ਤੇ ਕੌੜਾ ਕੁੜੱਤਮ ਦੀ ਗੱਲ ਵੀ ਗੁਰਬਾਣੀ ਵਿੱਚ ਕੀਤੀ ਹੈ। ਕਿਉਂ? ਕਿਉਂਕਿ ਦੋਵੇਂ ਪੱਖ ਸਾਹਮਣੇ ਰੱਖਾਂਗੇ ਤਾਂ ਹੀ ਗੱਲ ਕਲੀਅਰ ਹੋਣੀ ਹੈ। ਇੱਕ ਪੱਖ ਰੱਖ ਕੇ ਫੈਸਲਾ ਨਹੀਂ ਹੁੰਦਾ, ਦੋ ਧਿਰਾਂ ਸਾਹਮਣੇ ਹੋਣਗੀਆਂ ਤਾਂ ਫੈਸਲਾ ਹੁੰਦਾ ਹੈ। ਇੱਕ ਧਿਰ ਦੇ ਨਾਲ ਫੈਸਲਾ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਦੋਵੇਂ ਗੱਲਾਂ ਕਰਕੇ ਸਮਝਾਇਆ ਕਿ ਜੋ ਤੂੰ ਕਰਮ ਕੀਤਾ ਉਹ ਲੇਖ ਬਣਿਆ, ਉਹ ਫਲ ਮਿਲ ਰਿਹਾ ਹੈ, ਪਰ ਅਗਾਂਹ ਤੋਂ ਤੇ ਤੂੰ ਸੁਚੇਤ ਹੋ। ਜੋ ਕੀਤਾ ਸੀ ਉਹ ਪਾ ਲਿਆ ਤੇ ਜੋ ਅੱਗੋਂ ਕਰਨਾ ਹੈ ਉਹ ਫਿਰ ਪਾਉਣਾ ਹੈ। ਹੁਣ ਜੋ ਕੀਤਾ ਸੀ ਉਹ ਤੇ ਪਾ ਲਿਆ, ਪਰ ਜੋ ਅੱਗੋਂ ਕਰਨਾ ਹੈ ਉਹ ਤੇ ਸੋਚ ਸਮਝ ਕੇ ਚੱਲੀਏ। ਜਿਹੜਾ ਬੀਜਿਆ ਸੀ ਉਹ ਤੇ ਖਾ ਲਿਆ, ਹੁਣ ਅੱਗੋਂ ਤਾਂ ਸੋਚ ਕੇ ਬੀਜਣਾ ਪੈਣਾ ਨਾ ਵੀ ਕੀ ਬੀਜਣਾ। ਇਸ ਲਈ ਲਿਖਣ ਵਾਲਾ ਉਹ ਪਰਮੇਸ਼ਵਰ, ਹੁਕਮ ਉਹਦਾ ਹੀ ਹੈ, ਪਰ ਉਸ ਹੁਕਮ ਜਿਹਦਾ ਹੁਕਮ ਹੈ, ਜਿਹਦੇ ਹੁਕਮ 'ਚ ਲੇਖ ਲਿਖਿਆ, ਪਰਮੇਸ਼ਵਰ ਦੀ ਗੱਲ ਨਹੀਂ ਕਰ ਰਹੇ। ਗੁਰੂ ਸਾਹਿਬ ਕਹਿ ਰਹੇ ਆ ਵੀ ਜਿਹਦੇ ਨਾਲ ਲਿਖਿਆ ਗਿਆ ਔਰ ਜਿਸ ਕਾਰਨ ਕਰਕੇ ਇਹ ਲੇਖ ਲਿਖਿਆ, ਮੈਂ ਉਹ ਚਾਹੁੰਦਾ ਵੀ ਉਹ ਸੜ ਕੇ ਸੁਆਹ ਹੋ ਜਾਏ। ਇੱਕ ਬਚਨ ਆਉਂਦਾ ਅੰਮ੍ਰਿਤ ਬਾਣੀ ਵਿੱਚ, ਕਾਲ ਕਲਮ ਹੁਕਮ ਹਾਥ। ਹੁਣ ਧਿਆਨ ਰੱਖਿਓ, ਹੁਕਮ ਹੱਥ, ਜਿਹੜਾ ਹੱਥ ਹੈ ਨਾ, ਜਿਹਦਾ ਹੁਕਮ ਹੈ ਉਹ ਉਹਦਾ ਹੈ, ਪਰ ਕਾਲ ਕਲਮ, ਉਹ ਜਿਹੜੀ ਕਲਮ ਹੈ ਉਹ ਕਾਲ ਦੀ ਬਣੀ ਹੋਈ ਹੈ। ਕਲਮ ਨੂੰ ਸਾੜਨਾ ਅਸੀਂ, ਜਿਹਦਾ ਹੁਕਮ ਦਾ ਹੱਥ ਹੈ ਉਹਦੀ ਗੱਲ ਨਹੀਂ ਹੋ ਰਹੀ। ਜਿਹੜੀ ਕਲਮ ਕਾਲ ਦੀ ਬਣੀ, ਸਮੇਂ ਦੀ, ਜਿਸ ਸਮੇਂ ਨੇ ਸਾਨੂੰ ਮਾੜੀ ਸੰਗਤ ਵਿੱਚ ਲੈ ਕੇ ਜਾਣਾ ਕੀਤਾ, ਜਿਸ ਸਮੇਂ ਨੇ ਸਾਡੇ ਕੋਲੋਂ ਮਾੜੇ ਕਰਮ ਕਰਵਾਏ, ਕਈ ਵਾਰੀ ਕਹਿੰਦੇ ਆ ਸਮਾਂ ਹੀ ਮਾੜਾ ਸੀ ਸਾਡਾ, ਕਹਿ ਦਿੰਦੇ ਆ ਨਾ ਵੀ ਅੱਜ ਆਹ ਹੋਇਆ, ਸਮਾਂ ਹੀ ਮਾੜਾ ਸੀ। ਹੁਣ ਉਹ ਜਿਹੜਾ ਸਮਾਂ ਸੀ ਉਹੀ ਤੁਹਾਡੀ ਕਲਮ ਬਣ ਗਿਆ। ਉਹ ਜਿਹੜਾ ਕਲਮ ਬਣ ਗਿਆ ਉਹਨੇ ਹੀ ਫਿਰ ਮਾਲਕ ਦੇ ਹੁਕਮ ਵਿੱਚ ਕਲਮ ਨੇ ਚੱਲਣਾ ਕੀਤਾ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕੈ। ਕਹਿੰਦੇ ਦੱਸੋ ਕੌਣ ਮਿਟਾ ਸਕਦਾ ਹੈ, ਕਿਉਂਕਿ ਉਹ ਕਲਮ ਆ ਗਈ ਹੁਕਮ ਦੇ ਹੱਥ ਵਿੱਚ, ਹੁਕਮੀ ਦੇ, ਜਿਹਨੇ ਹੁਕਮ ਚਲਾਉਣਾ ਹੈ। ਤੇ ਹੁਕਮੀ ਕੌਣ ਹੈ? ਇੱਕੋ ਹੀ ਹੈ, ਪਰਮੇਸ਼ਵਰ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹਦੇ ਹੁਕਮ ਤੋਂ ਬਾਹਰ ਕੁਛ ਨਹੀਂ। ਸਾਰੀ ਸ੍ਰਿਸ਼ਟੀ ਤੇ ਹੁਕਮ ਇੱਕ ਦਾ ਹੀ ਹੈ, ਉਹ ਹੈ ਹੁਕਮੀ। ਉਹਦੇ ਹੁਕਮੀ ਦੇ ਹੱਥ ਵਿੱਚ ਕਾਲ ਦੀ ਕਲਮ ਆ ਗਈ, ਜਿਹੜਾ ਕਾਲ, ਜਿਸ ਕਾਲ ਵਿੱਚ ਅਸੀਂ ਜੀ ਰਹੇ ਹਾਂ, ਇਹ ਉਹਦੇ ਹੱਥ ਵਿੱਚ ਕਲਮ ਆਈ। ਤੇ ਜਿਸ ਤਰ੍ਹਾਂ ਅਸੀਂ ਸਮੇਂ ਦੇ ਵਿੱਚ ਰਹਿ ਕੇ ਜੋ ਕੁਝ ਕਰਮ ਕੀਤਾ
ਉਹ ਕਲਮ ਚੱਲ ਪਈ। ਉਸੇ ਤਰ੍ਹਾਂ ਦਾ ਫਲ ਸਾਨੂੰ ਪ੍ਰਾਪਤ ਹੋ ਗਿਆ। ਅਨੰਤ ਬਾਣੀ ਵਿੱਚ ਬਚਨ ਕਿੰਨੀ ਵਾਰ ਇਸ ਅਸਥਾਨ ਤੋਂ ਰਿਪੀਟ ਹੋਏ ਨੇ ਕਿ ਜਿੱਦਾਂ ਦਾ ਬੀਜ ਪਾਵਾਂਗੇ ਫਲ ਵੈਸਾ ਹੀ ਮਿਲਣਾ ਹੈ। ਜ਼ਹਿਰ ਨੂੰ ਬੀਜ ਕੇ ਕਦੇ ਅੰਮ੍ਰਿਤ ਦਾ ਫਲ ਨਹੀਂ ਲੱਗਾ। ਕਦੇ ਵੀ ਅਸੀਂ ਇਹ ਨਹੀਂ ਕਿ ਕੰਡੇ ਬੀਜੇ ਆ ਤੇ ਫੁੱਲ ਚੁਗੇ ਆ, ਫੁੱਲ ਚੁਗੇ ਆ ਤਾਂ ਫਲ ਵੀ ਜਿਹੜਾ ਫੁੱਲ ਦਾ ਬੂਟਾ ਲਾਇਆ ਤੇ ਕੰਡੇ ਚੁਗਣੇ ਪਏ ਆ, ਨਹੀਂ। ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਓ। ਕਹਿੰਦੇ ਇਹ ਇੱਥੇ ਇਨਸਾਫ ਦੇ ਰੂਪ ਵਿੱਚ ਇਹ ਕਿੱਥੋਂ ਦਾ ਨਿਆਂ ਹੈ? ਜ਼ਹਿਰ ਬੀਜ ਕੇ ਆਵੇਂ ਤੇ ਕਵੇਂ ਮੈਨੂੰ ਅੰਮ੍ਰਿਤ ਫਲ ਮਿਲ ਜਾਏ। ਇੱਥੇ ਆ ਕੇ ਤੂੰ ਮਾੜਾ ਕਰਮ ਮਾੜੀ ਸੋਚ ਰੱਖ ਕੇ ਆਵੇਂ ਤੇ ਕਵੇਂ ਚੰਗਾ ਫਲ ਮਿਲ ਜਾਏ, ਇਹ ਕਿਵੇਂ ਹੋ ਸਕਦਾ ਹੈ? ਜਾਂ ਤੇ ਸਾਨੂੰ ਬੀਜ ਬਦਲਣਾ ਪਏਗਾ, ਭਾਵ ਸੋਚ ਬਦਲਣੀ ਪਏਗੀ। ਜੇ ਅਸੀਂ ਚੰਗਾ ਫਲ ਲੈਣਾ ਚਾਹੁੰਦੇ ਹਾਂ ਤਾਂ ਸੋਚ ਬਦਲਣੀ ਪੈਣੀ ਹੈ, ਸਾਨੂੰ ਬੀਜ ਬਦਲਣਾ ਪੈਣਾ ਹੈ। ਇਹ ਵੀ ਨਹੀਂ ਹੈ ਕਿ ਲੋੜੈ ਦਾਖ ਬਜੋਰੀਆਂ ਕਿੱਕਰ ਬੀਜੈ ਜੱਟ। ਜੇ ਕਿੱਕਰ ਬੀਜ ਕੇ ਉਹ ਕਵੇ ਵੀ ਲੋੜੇ ਦਾ ਅਰਥ ਵੀ ਚਾਹੁੰਦਾ ਹੈ ਵੀ ਮੈਨੂੰ ਦਾਖਾਂ ਮਿਲ ਜਾਣ ਮਿੱਠੀਆਂ, ਤੇ ਮਿੱਠੀਆਂ ਦਾਖਾਂ ਕਿੱਥੋਂ ਮਿਲਣਗੀਆਂ? ਬੀਜਿਆ ਤੇ ਕਿੱਕਰ ਹੈ। ਹੁਣ ਕਿੱਕਰ ਨੂੰ ਦਾਖਾਂ ਥੋੜੀ ਲੱਗਣੀਆਂ ਨੇ। ਨਿੰਮ ਨੂੰ ਕਦੇ ਅੰਬ ਦਾ ਫਲ ਥੋੜੀ ਲੱਗਣਾ ਹੈ। ਅੰਬ ਨੂੰ ਕਦੇ ਨਿੰਮ ਦਾ ਕੁੜੱਤਣ ਵਾਲਾ ਫਲ ਥੋੜੀ ਲੱਗਣਾ ਹੈ। ਇਹ ਕਰਮ ਜੈਸਾ ਹੈ ਵੈਸਾ ਹੀ ਫਲ ਹੈ। ਜੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੈ, ਜੇ ਸਾਡੀ ਜ਼ਿੰਦਗੀ 'ਚ ਸਾਨੂੰ ਲੱਗਦਾ ਹੈ ਕਿ ਸਾਡੇ ਜੀਵਨ ਵਿੱਚ ਸੁੱਖ ਨਹੀਂ ਹੈ, ਤੇ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਨੂੰ ਹੀ ਦੋਸ਼ ਦੇਣਾ ਪਏਗਾ ਕਿ ਕੋਈ ਤਾਂ ਕੋਈ ਐਸਾ ਕਰਮ ਹੋਇਆ ਜਿਹਦੇ ਕਰਕੇ ਇਹ ਫਲ ਮੈਨੂੰ ਮਿਲਿਆ ਹੈ। ਤੇ ਕਰਮ ਫਲ ਦੀ ਤਾਂ ਖੇਡ ਹੈ ਸਾਰੀ। ਤੇ ਕਰਮ ਅਸੀਂ ਗੁਰੂ ਦੁਆਰੇ ਅਸੀਂ ਕਿਸ ਲਈ ਆਉਣਾ ਹੈ? ਅਸੀਂ ਗੁਰਦੁਆਰਾ ਸਾਹਿਬ ਇਸੇ ਲਈ ਆਉਣਾ ਹੈ ਸਾਡੀ ਸੋਚ ਬਦਲ ਜਾਏ, ਸਾਡਾ ਰਸਤਾ ਬਦਲ ਜਾਏ, ਸਾਡਾ ਜਿਹੜਾ ਬੀਜ ਹੈ ਉਹ ਬਦਲ ਜਾਏ। ਜੋ ਬੀਜਦੇ ਹੁਣ ਤੱਕ ਆਏ ਆ ਉਹ ਅਸੀਂ ਛੱਡ ਕੇ ਉਹ ਬੀਜ ਬੀਜੀਏ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ। ਇੱਕ ਕਿਸਾਨ ਬੜਾ ਪਰੇਸ਼ਾਨ ਹੈ ਵੀ ਮੈਂ ਇੰਨੀ ਖੇਤੀ, ਇੰਨੀ ਮਿਹਨਤ ਕਰਦਾ, ਇੰਨੀ ਵਾਹੀ ਕਰਦਾ, ਨਾ ਸਰਦ ਰੁੱਤ ਨਾ ਗਰਮ ਰੁੱਤ ਦੀ ਪਰਵਾਹ, ਨਾ ਜੇਠ ਹਾੜ ਤੇ ਨਾ ਪੋਹ ਮਾਘ ਦੀ ਪਰਵਾਹ, ਇੰਨੀ ਮਿਹਨਤ ਕਰਦਾ ਪਰ ਮਿਲਿਆ ਕੁਛ ਨਹੀਂ ਮੈਨੂੰ, ਕਿੱਥੇ ਕਮੀ ਰਹਿ ਗਈ? ਉਹ ਫਿਰ ਆਇਆ ਯੂਨੀਵਰਸਿਟੀ ਵਿੱਚ। ਉੱਥੇ ਆ ਕੇ ਜਿਹੜੇ ਮਾਹਰ ਸੀ ਉਹਨਾਂ ਨੂੰ ਆ ਕੇ ਪੁੱਛਿਆ ਵੀ, ਉਹਨਾਂ ਨੇ ਦੱਸਿਆ ਕਿ ਤੂੰ ਸਭ ਕੁਝ ਠੀਕ ਕਰਦਾ ਹੈ ਪਰ ਥੋੜਾ ਤਰੀਕਾ ਬਦਲ ਲੈ। ਹੁਣ ਤੱਕ ਤੂੰ ਆਹ ਬੀਜ ਪਾਇਆ, ਆਹ ਬੀਜ ਪਾ ਕੇ ਵੇਖ, ਆਹ ਖਾਦ ਪਾਈ ਹੈ, ਆਹ ਖਾਦ ਪਾ ਕੇ ਵੇਖ, ਤੂੰ ਬਿਜਾਈ ਜਿਹੜੀ ਆ ਇਸ ਰੁੱਤ ਵਿੱਚ ਕੀਤੀ ਆ, ਆਹ ਰੁੱਤ ਵਿੱਚ ਇਹਦੀ ਬਿਜਾਈ ਕਰਕੇ ਵੇਖ। ਤੇ ਜਦੋਂ ਉਹਦੇ ਕੋਲੋਂ ਸਲਾਹ ਲਈ ਤੇ ਆਪਣਾ ਜਿਹੜਾ ਅਸੀਂ ਕਹਿੰਦੇ ਨੇ ਰਸਤਾ ਬਦਲਿਆ ਵੀ ਆਪਣੇ ਤਰੀਕੇ ਨਾਲ ਬੀਜਦਾ ਸੀ, ਆਪਣੇ ਤਰੀਕੇ ਨਾਲ ਵਾਹੀ ਕਰਨੀ, ਹੁਣ ਸਭ ਕੁਝ ਉਸ ਮੁਤਾਬਕ ਜਦੋਂ ਕੀਤਾ ਤੇ ਲਹਿਰਾਂ ਬਹਿਰਾਂ ਹੋ ਗਈਆਂ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਣਾ ਹੈ ਨਿਤਨੇਮ ਦੀ ਬਾਣੀ ਰੂਪ ਵਿੱਚ, ਜਾਂ ਜਿਹੜਾ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਕਿ ਮਹਾਰਾਜ ਸਾਨੂੰ ਦੱਸੋ ਬੀਜ ਕਿਵੇਂ ਬੀਜਣਾ ਹੈ, ਕਰਮ ਕਿਵੇਂ ਕਰਨਾ ਹੈ, ਸੰਗਤ ਕਿਹਦੀ ਕਰਨੀ ਹੈ, ਸੋਚ ਆਪਣੀ ਕਿੱਦਾਂ ਦੀ ਰੱਖਣੀ ਹੈ। ਤੇ ਸਾਰੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਸਮਝਾਈ ਹੈ ਕਿ ਬੰਦਿਆ ਤੇਰੀ ਸੋਚ ਕਿੱਦਾਂ ਦੀ ਹੋਣੀ ਚਾਹੀਦੀ ਹੈ, ਤੇਰੇ ਖਿਆਲ ਕਿੱਦਾਂ ਦੇ ਹੋਣੇ ਚਾਹੀਦੇ ਆ, ਤੇਰਾ ਰਾਹ ਕਿੱਦਾਂ ਦਾ ਹੋਣਾ ਚਾਹੀਦਾ, ਤੇਰੀ ਸੰਗਤ ਕਿੱਦਾਂ ਦੀ ਹੋਣੀ ਚਾਹੀਦੀ ਹੈ, ਔਰ ਜਿਹੜੀ ਤੈਨੂੰ ਰੁੱਤ ਮਿਲੀ ਹੈ ਇਹਦੇ 'ਚ ਬੀਜ ਕਿਹੜਾ ਬੀਜਣਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਤੇ ਕੀ ਅਸੀਂ ਸੱਚਾ ਨਾਮ ਬੋਲ ਰਹੇ ਹਾਂ? ਕਿ ਅਸੀਂ ਸੱਚੀ ਬਾਣੀ ਦੇ ਰਾਹੀਂ ਸੱਚਾ ਨਾਮ ਜਿਹੜਾ ਉਹ ਅੰਦਰ ਬੀਜ ਰਹੇ ਹਾਂ? ਤੇ ਬੀਜਣ ਦਾ ਤਰੀਕਾ ਵੀ ਦੱਸਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ
ਵੇਸ ਗਰੀਬੀ ਦਾ ਅਰਥ ਹੈ ਬਾਹਰ ਦਾ ਪਹਿਰਾਵਾ ਨਹੀਂ, ਗਰੀਬੀ ਵਾਲਾ ਅੰਦਰ ਨਿਮਰਤਾ ਰੱਖ। ਗਰੀਬੀ ਵਾਲਾ ਗੁਣ, ਨਿਮਰਤਾ ਵਾਲਾ ਗੁਣ ਅੰਦਰ ਰੱਖ, ਤੇ ਫਿਰ ਤੂੰ ਇਹ ਨਾਮ ਦਾ ਬੀਜ ਬੀਜ ਕੇ ਸੰਤੋਖ ਦਾ ਸੁਹਾਗਾ ਜਿਹੜਾ ਹੈ ਉਹ ਫਿਰ ਦੇਖ ਉਹਨੂੰ ਫਲ ਕਿੱਦਾਂ ਨਹੀਂ ਲੱਗਦਾ। ਇਸ ਲਈ ਸਤਿਗੁਰੂ ਜੀ ਨੇ ਹਰ ਪ੍ਰਕਾਰ ਦੀ ਗੱਲ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕੀ ਕਹਿੰਦੇ ਆ, ਪੌੜੀ ਆਪਾਂ ਸੰਖੇਪ ਰੂਪ ਵਿੱਚ ਸਮਝ ਲਈ ਕਿ ਉਸ ਵਾਹਿਗੁਰੂ ਦੀ ਵਡਿਆਈ ਇਸ ਕਰਕੇ ਹੈ ਕਿਉਂਕਿ ਉਹਦੇ ਘਰ ਵਿੱਚ ਸਦਾ ਨਿਆਂ ਹੁੰਦਾ ਹੈ। ਗੁਰੂ ਰਾਮਦਾਸ ਜੀ ਜੋ ਸਮਝਾਉਂਦੇ ਆ ਪੌੜੀ 'ਚ ਕਿ ਉਸ ਦੀ ਵਡਿਆਈ ਇਸ ਕਰਕੇ ਹੈ ਵੀ ਉਹ ਕਿਸੇ ਚੁਗਲਖੋਰ ਦੀ ਕੀਤੀ ਹੋਈ ਚੁਗਲੀ ਦੇ ਬੋਲ ਨਹੀਂ ਸੁਣਦਾ, ਕਿਸੇ ਦੇ ਮਗਰ ਲੱਗ ਕੇ ਫੈਸਲਾ ਨਹੀਂ। ਅਸੀਂ ਕਹਿੰਦੇ ਆ ਫੈਸਲਾ ਫਲਾਣੇ ਦੇ ਮਗਰ ਲੱਗ ਕੇ ਕਰ ਦਿੱਤਾ, ਪਰ ਜਿਹਦੇ ਘਰ 'ਚ ਅਸੀਂ ਆਏ ਆ ਉਹ ਕਿਸੇ ਮਗਰ ਨਹੀਂ ਲੱਗਦਾ। ਦੁਨੀਆ ਵਿੱਚ ਸਭ ਕੁਝ ਹੈ, ਧੋਖਾਦਾਰੀ ਹੈ, ਦੁਨੀਆ ਦੇ ਵਿੱਚ ਹੇਰਾ ਫੇਰੀ ਹੈ, ਦੁਨੀਆ ਦੇ ਵਿੱਚ ਕੀ ਹੈ, ਜਿਹਦਾ ਫੈਸਲਾ, ਜਿਹਦਾ ਪਲੜਾ ਭਾਰੀ ਹੈ ਉਹਦੇ ਵੱਲ ਫੈਸਲਾ ਹੋ ਜਾਏਗਾ। ਜਿਹਦੇ ਕੋਲ 4 ਪੈਸੇ ਆ ਜਾਂ ਸਿਫਾਰਿਸ਼ ਹੈ ਉਹਦੇ ਪਾਸੇ ਫੈਸਲਾ ਹੋ ਜਾਏਗਾ। ਪਰ ਮਾਲਕ ਦੇ ਘਰ ਵਿੱਚ ਐਸਾ ਨਹੀਂ ਹੁੰਦਾ। ਜੇ ਮਾਲਕ ਦੇ ਘਰ ਵੀ ਐਸਾ ਹੋਵੇ ਫਿਰ ਬੰਦਾ ਜਾਏਗਾ ਕਿੱਥੇ? ਅਸੀਂ ਕਹਿੰਦੇ ਹਾਂ ਦੁਨੀਆ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਪਰ ਇੱਕ ਮੇਰੇ ਮਾਲਕ ਦਾ ਦਰ ਤੇ ਖੁੱਲ੍ਹਾ ਹੀ ਆ ਨਾ। ਜੇ ਉਹ ਵੀ ਬੰਦ ਹੋ ਗਿਆ, ਜੇ ਉੱਥੇ ਵੀ ਇਹ ਸਾਰਾ ਸਿਸਟਮ ਵਿਗੜ ਗਿਆ ਤੇ ਫਿਰ ਭਰੋਸਾ ਕਿੱਥੇ ਕਰਨਾ ਆਪਾਂ? ਪਰ ਉਹ ਹੋ ਨਹੀਂ ਸਕਦਾ ਕਿਉਂਕਿ ਦੁਨੀਆ ਤੇ ਜ਼ੋਰ ਚੱਲ ਸਕਦਾ ਹੈ, ਦੁਨੀਆ ਬਣਾਉਣ ਵਾਲੇ ਤੇ ਜ਼ੋਰ ਨਹੀਂ ਚੱਲ ਸਕਦਾ। ਉੱਥੇ ਤੇ ਹਾਥੀ ਜੁੜ ਸਕਦੇ ਆ, ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼। ਅੱਜ ਦੀ ਵਿਚਾਰ ਨੂੰ ਸਮਝੀਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀ ਗੱਲ ਕਹੀ, ਕਹਿੰਦੇ ਕਲਮ ਜਲੋ ਸਣ ਮਸਵਾਣੀ ਹੈ, ਸਣ ਮੈਨੇ ਸਮੇਤ। ਕਲਮ ਜਿਹੜੀ ਹੈ ਉਹ ਜਲੋਂ ਜਲ ਜਾਏ, ਸੜ ਜਾਏ। ਸਣ ਸਮੇਤ ਮਸ ਵਾਣੀ ਹੈ, ਮਸ ਕਹਿੰਦੇ ਸ਼ਾਹੀ, ਵਾਣੀਆਂ ਦਾ ਅਰਥ ਹੁੰਦਾ ਉਹ ਦਾਵਾਤ ਜਿਹਦੇ ਵਿੱਚ ਸ਼ਾਹੀ ਭਰੀ ਜਾਂਦੀ ਹੈ, ਜਿਹਦੇ ਵਿੱਚ ਸ਼ਾਹੀ ਰੱਖੀ ਜਾਂਦੀ ਹੈ। ਕਹਿੰਦੇ ਨੇ ਉਹ ਦਾਵਾਤ ਜਿਹੜੀ ਹੈ ਨਾ ਉਹ ਵੀ ਸੜ ਜਾਏ। ਕਾਗਦ ਵੀ ਜਲ ਜਾਓ, ਉਹ ਕਾਗਦ ਵੀ ਸੜ ਜਾਏ ਜਿੱਥੇ ਮੇਰਾ ਲੇਖ ਲਿਖਿਆ ਹੈ। ਹੁਣ ਲੇਖ ਕਿੱਥੇ ਲਿਖਣਾ ਹੈ? ਕਾਗਜ਼ ਕਿਹੜਾ ਹੈ? ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਕਰਨੀ ਕਾਗਜ਼ ਜਿਹੜਾ ਸਾਡਾ ਆਚਰਣ ਹੈ ਨਾ, ਜਿਹੜਾ ਸਾਡਾ ਕਰੈਕਟਰ ਆਚਰਣ ਹੈ, ਇਹ ਕਾਗਜ਼ ਹੈ। ਇਹਦੇ ਉੱਤੇ ਲੇਖ ਲਿਖਿਆ ਜਾ ਰਿਹਾ ਹੈ, ਬੁਰਾ ਹੈ, ਭਲਾ ਹੈ, ਮਾੜਾ ਹੈ, ਚੰਗਾ ਹੈ। ਇਹ ਸਾਰਾ ਸਾਡੇ ਆਚਰਣ ਤੇ ਲਿਖਿਆ ਜਾ ਰਿਹਾ ਹੈ। ਹੁਣ ਜਿਹੜਾ ਸਾਡੇ ਆਚਰਣ ਤੇ ਲੇਖ ਲਿਖਿਆ ਹੋਇਆ ਹੈ ਉਹ ਕਿਸੇ ਨੂੰ ਨਹੀਂ ਦਿਸਦਾ। ਸਾਨੂੰ ਆਪਣਾ ਆਚਰਣ ਦਾ ਆਪ ਲੇਖ ਨਹੀਂ ਦਿਸਦਾ ਪਿਆ, ਪਰ ਅਸੀਂ ਕੀ ਦਿਖਾ ਰਹੇ ਹਾਂ? ਅਸੀਂ ਹੱਥ ਦੀਆਂ ਰੇਖਾਵਾਂ ਦਿਖਾ ਰਹੇ ਹਾਂ। ਆ ਮੇਰਾ ਲੇਖ ਦੱਸੀ ਕੀ ਕਹਿੰਦਾ ਹੈ? ਲੇਖ ਤਾਂ ਆਚਰਣ ਤੇ ਲਿਖਿਆ ਹੋਇਆ ਹੈ, ਅਸੀਂ ਦਿਖਾ ਰਹੇ ਹਾਂ ਹੱਥ ਦੀਆਂ ਰੇਖਾਵਾਂ। ਅਸੀਂ ਮਹਾਰਾਜ ਕਹਿੰਦੇ ਕਰਨੀ ਕਾਗਜ਼ ਹੈ, ਤੇਰਾ ਆਚਰਣ ਜਿਹੜਾ ਉਹ ਕਾਗਜ਼ ਹੈ, ਅਸੀਂ ਦਿਖਾ ਰਹੇ ਹਾਂ। ਮੱਥਾ ਆਪਣਾ ਆ ਮਸਤਕ ਮੇਰਾ ਦੇਖ ਕੇ ਦੱਸੀ ਮੇਰਾ ਲੇਖ ਕਿੱਦਾਂ ਲਿਖਿਆ ਹੈ। ਗਲਤ ਹੋ ਗਈ ਨਾ ਗੱਲ। ਮਸਤਕ ਤੇ ਲੇਖ ਲਿਖਿਆ ਹੀ ਨਹੀਂ ਹੋਇਆ, ਹੱਥਾਂ ਤੇ ਲੇਖ ਲਿਖਿਆ ਹੀ ਨਹੀਂ ਹੋਇਆ। ਲੇਖ ਤੇ ਲਿਖਿਆ ਹੋਇਆ ਕਰਨੀ ਕਾਗਜ਼ ਦੇ ਉੱਤੇ, ਲੇਖ ਤਾਂ ਲਿਖਿਆ ਹੋਇਆ ਸਾਡੇ ਆਚਰਣ ਦੇ ਉੱਤੇ। ਇਸੇ ਲਈ ਆਖਿਆ ਸੀ ਵੀ ਤੂੰ ਮੱਥਾ ਦੂਜਿਆਂ ਨੂੰ ਦਿਖਾਉਣਾ ਫਿਰਦਾ ਹੈ, ਹੱਥ ਦੂਜਿਆਂ ਨੂੰ ਦਿਖਾਉਂਦਾ ਪਿਆ, ਕਦੇ ਆਪਣੇ ਅੰਦਰ ਝਾਤੀ ਮਾਰੀ ਹੈ? ਜੇ ਤੂੰ ਬਹੁਤਾ ਹੀ ਆਪਣੇ ਆਪ ਨੂੰ ਸਿਆਣਾ ਸਮਝਦਾ ਜਾਂ ਕਿਸੇ ਸਿਆਣੇ ਕੋਲ ਗਿਆ ਤੂੰ ਆਪਣਾ ਲੇਖ ਦਿਖਾਉਣ ਲਈ, ਇਹਦੇ ਨਾਲੋਂ ਚੰਗਾ ਹੁੰਦਾ ਤੂੰ ਆਪਣਾ ਆਚਰਣ ਆਪ ਦੇਖਦਾ, ਆਪਣਾ ਕਰੈਕਟਰ ਤੂੰ ਆਪ ਦੇਖਦਾ। ਤੇ ਐਸਾ ਕੋਈ ਵੀ ਨਹੀਂ ਹੈ ਜਿਹਨੂੰ ਆਪਣੇ ਆਪੇ ਬਾਰੇ ਨਾ ਪਤਾ ਹੋਵੇ। ਇਸੇ ਲਈ ਆਖਿਆ ਸੀ ਬਾਬਾ ਫਰੀਦ ਸਾਹਿਬ ਨੇ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਆਪ ਨੜੇ ਗਿਰੀਵਾਨ ਦਾ ਮਤਲਬ ਕੀ ਸੀ? ਕਰਨੀ ਕਾਗਜ਼। ਜਿਹੜਾ ਤੇਰਾ ਕਰਨੀ ਵਾਲਾ ਕਾਗਜ਼ ਹੈ ਨਾ,
ਤੂੰ ਆਪ ਨੜੇ ਗਿਰੀਵਾਨ, ਆਪਣੇ ਆਚਰਣ ਵੱਲ ਝਾਤੀ ਮਾਰ, ਆਪਣੇ ਕਰੈਕਟਰ ਵੱਲ ਝਾਤੀ ਮਾਰ। ਜਦੋਂ ਝਾਤੀ ਮਾਰੇਗਾ ਫਿਰ ਪਤਾ ਲੱਗ ਜਾਏਗਾ ਕਿ ਤੇਰੀ ਸੋਚ ਕਿੱਦਾਂ ਦੀ ਹੈ, ਤੇਰੇ ਖਿਆਲਾਤ ਕਿੱਦਾਂ ਦੇ ਨੇ, ਤੇਰੇ ਅੰਦਰ ਜਿਹੜਾ ਬੀਜ ਪਿਆ ਉਹ ਬੀਜ ਕਿੱਦਾਂ ਦਾ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਸਾਰਾ ਕੁਝ ਜਿਹਦੇ ਰਾਹੀਂ ਹੋਇਆ ਨਾ, ਮੈਂ ਕਹਿੰਦਾ ਉਹ ਸਭ ਕੁਝ ਸੜ ਹੀ ਜਾਏ, ਖਤਮ ਹੀ ਹੋ ਜਾਏ। ਕਲਮ ਜਲੋ ਸਣ ਮਸਵਾਣੀਐ, ਕਾਗਦ ਵੀ ਜਲ ਜਾਓ, ਕਾਗਦ ਵੀ ਸੜ ਜਾਏ, ਕਿਉਂਕਿ ਨਵੇਂ ਸਿਰਿਓਂ ਸ਼ੁਰੂ ਕਰਨਾ ਨਾ। ਹੋਰ ਬੇਨਤੀ, ਆਪ ਜੀ ਸਾਰੇ ਸੂਝਵਾਨ ਬੈਠੇ ਹੋ, ਜਦੋਂ ਅਸੀਂ ਗੁਰੂ ਦਰ ਤੇ ਆਉਣਾ ਸ਼ੁਰੂ ਕੀਤਾ, ਇੱਥੇ ਸਾਡਾ ਨਵਾਂ ਜੀਵਨ ਸ਼ੁਰੂ ਹੁੰਦਾ ਹੈ। ਇਹਦਾ ਮਤਲਬ ਆਚਰਣ ਨਵੇਂ ਸਿਰਿਓਂ ਸ਼ੁਰੂ ਕਰਨਾ ਹੈ, ਆਪਾਂ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰਨੀ ਹੈ। ਇੱਕ ਜਨਮ ਤਾਂ ਹੋ ਗਿਆ, ਉਸ ਜਨਮ ਨੂੰ ਹੋਇਆ ਤੇ 20 ਸਾਲ 30 ਸਾਲ 50 ਸਾਲ 70 ਸਾਲ ਹੋ ਗਏ। ਜੇ ਗੁਰੂ ਅਮਰਦਾਸ ਮਹਾਰਾਜ ਜੀ ਵੇਖੀਏ ਤਾਂ ਤੁਹਾਡੇ ਜਨਮ ਨੂੰ, ਪ੍ਰਕਾਸ਼ ਨੂੰ 60 ਸਾਲ ਹੋ ਚੁੱਕੇ ਆ, ਪਰ ਜਦੋਂ ਗੁਰੂ ਅੰਗਦ ਸਾਹਿਬ ਦੇ ਦਰ ਤੇ ਆਏ ਹੋ, ਉਹ ਇੱਕ ਨਵਾਂ ਜਨਮ ਹੈ ਤੁਹਾਡਾ। ਕਿਉਂਕਿ ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤੁਹਾਨੂੰ ਪੋਤਰਾ ਵੀ ਕਿਹਾ ਗਿਆ ਹੈ। ਹੁਣ ਪੋਤਰੇ ਦਾ ਉਮਰ ਦੇ ਹਿਸਾਬ ਨਾਲ ਵੇਖਾਂਗੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਮਾਲਕ ਬਣੇ ਹੋ, 72 ਸਾਲ ਦੀ ਉਮਰ ਹੈ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੁਹਾਡੇ ਤੋਂ ਛੋਟੇ ਆ। ਇਸ ਨਾਤੇ ਜੇ ਦੇਖਿਆ ਜਾਏ, ਪਰ ਇੱਥੇ ਤਾਂ ਕਿਹਾ ਜਾ ਰਿਹਾ ਹੈ ਕਿ ਪਿਤਾ ਦੇ ਘਰ ਵਿੱਚ ਪੁੱਤਰ ਵੀ ਪ੍ਰਵਾਨ ਹੈ ਤੇ ਪੋਤਰਾ ਵੀ ਪ੍ਰਵਾਨ ਹੈ। ਇਹਦਾ ਮਤਲਬ ਜਦੋਂ ਅਸੀਂ ਗੁਰੂ ਘਰ ਨਾਲ ਜੁੜੇ ਹਾਂ, ਇੱਥੇ ਸਾਡਾ ਇੱਕ ਨਵਾਂ ਜਨਮ ਹੈ। ਜਦੋਂ ਅਸੀਂ ਖੰਡੇ ਦੀ ਪੌਲ ਲੈਂਦੇ ਹਾਂ ਤੇ ਕੀ ਕਹਿੰਦੇ ਹਾਂ, ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ, ਅੱਜ ਤੋਂ ਤੁਸੀਂ ਆਨੰਦਪੁਰ ਸਾਹਿਬ ਦੇ ਵਾਸੀ ਹੋ, ਅੱਜ ਤੋਂ ਤੁਹਾਡਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ, ਮਾਤਾ ਸਾਹਿਬ ਕੌਰ ਜੀ ਦੇ ਘਰ ਵਿੱਚ ਹੋਇਆ ਹੈ। ਤੇ ਉਸ ਦਿਨ ਤੋਂ ਫਿਰ ਸਾਡਾ ਨਵਾਂ ਆਚਰਣ ਜਿਹੜਾ ਉਹ ਸ਼ੁਰੂ ਹੋਣਾ, ਨਵਾਂ ਲੇਖ ਸਾਡਾ ਲਿਖਣਾ ਸ਼ੁਰੂ ਹੋਣਾ ਹੈ। ਉਦੋਂ ਫਿਰ ਸਾਡੇ ਜਿਹੜਾ ਲੇਖ ਲਿਖਿਆ ਜਾਣਾ, ਕਿਉਂਕਿ ਪਹਿਲਾਂ ਤੇ ਸਭ ਕੁਝ ਸਾੜ ਦਿੱਤਾ। ਅੱਜ ਤੋਂ ਨਵਾਂ ਇੱਕ ਲੇਖ ਜਿਹੜਾ ਉਹ ਲਿਖਿਆ ਜਾਣਾ ਹੈ, ਪਰ ਪਹਿਲਾਂ ਸਾਡੀ ਮਰਜ਼ੀ ਨਾਲ ਲਿਖਿਆ ਜਾਂਦਾ ਸੀ, ਹੁਣ ਗੁਰੂ ਦੀ ਮੱਤ ਅਨੁਸਾਰ ਲਿਖਿਆ ਜਾਣਾ ਹੈ। ਕਿਉਂਕਿ ਅੱਜ ਤੋਂ ਬਾਅਦ ਜੇ ਮੈਂ ਚੱਲਣਾ ਹੈ ਤੇ ਗੁਰੂ ਦੀ ਮੱਤ ਅਨੁਸਾਰ ਚੱਲਣਾ ਹੈ। ਜੇ ਮੈਂ ਅੱਜ ਤੋਂ ਬਾਅਦ ਚੱਲਣਾ ਹੈ ਤੇ ਗੁਰੂ ਦੀ ਸਿੱਖਿਆ ਲੈ ਕੇ ਚੱਲਣਾ ਹੈ, ਗੁਰੂ ਦੀ ਮੱਤ ਲੈ ਕੇ ਚੱਲਣਾ ਹੈ। ਪਰ ਫਿਰ ਵੀ ਅਸੀਂ ਕੁਰਾਹੇ ਪੈ ਜਾਂਦੇ ਹਾਂ। ਕਿਉਂ ਪੈ ਜਾਂਦੇ ਹਾਂ? ਕਿਉਂਕਿ ਇੱਕ ਦਿਖਾਵਾ ਕਰ ਦਿੰਦਾ, ਫਾਰਮੈਲਿਟੀ ਹੋ ਜਾਂਦੀ ਹੈ ਵੀ ਠੀਕ ਹੈ ਗੁਰੂ ਸਾਹਿਬ ਖੰਡੇ ਦੀ ਪੌਲ ਲੈ ਲਈ ਹੈ, ਪਰ ਪਹਿਰਾਵਾ ਤੁਹਾਡਾ ਹੀ ਹੋਏਗਾ, ਪਰ ਮਰਜ਼ੀ ਮੇਰੀ ਚੱਲੇਗੀ। ਠੀਕ ਹੈ ਮੈਂ ਗੁਰੂ ਵਾਲਾ ਅਖਵਾਵਾਂਗਾ ਦੁਨੀਆ ਦੇ ਸਾਹਮਣੇ, ਪਰ ਮੈਂ ਸੋਚ ਆਪਣੀ ਰੱਖ ਕੇ ਹੀ ਚੱਲਾਂਗਾ। ਤੇ ਗੁਰੂ ਸਾਹਿਬ ਨੇ ਇੱਕ ਗੱਲ ਕਲੀਅਰ ਵੀ ਕੀਤੀ ਸੀ, ਫਿਰ ਧਿਆਨ ਰੱਖੀ, ਜੇ ਪਹਿਰਾਵਾ ਮੇਰਾ ਦਿੱਤਾ ਹੋਇਆ ਪਾਏਗਾ, ਮੋਹਰ ਮੇਰੀ ਲਾ ਕੇ ਚੱਲੇਗਾ, ਤੇ ਜੇ ਤੂੰ ਆਪਣੀ ਮਰਜ਼ੀ ਕਰਕੇ ਚੱਲੇਗਾ, ਫਿਰ ਮੇਰਾ ਤੇਰਾ ਸੰਬੰਧ ਕੋਈ ਨਹੀਂ ਹੋਣਾ, ਤੇ ਨਾ ਮੈਂ ਤੇਰੇ ਤੇ ਭਰੋਸਾ ਰੱਖਣਾ ਹੈ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਮਹਾਰਾਜ ਕਹਿੰਦੇ ਠੀਕ ਹੈ, ਤੂੰ ਲੋਕਾਂ ਨੂੰ ਦਿਖਾ ਸਕਦਾ ਵੀ ਇਹ ਬੜਾ ਗੁਰਮੁਖ ਹੈ, ਇਹ ਬੜਾ ਗੁਰੂ ਵਾਲਾ ਹੈ, ਇਹ ਤੇ ਗੁਰੂ ਮੱਤ ਅਨੁਸਾਰ ਜਿਉਂਦਾ ਹੈ। ਮਹਾਰਾਜ ਕਹਿੰਦੇ ਦੁਨੀਆ ਨੂੰ ਦਿਖਾ ਦੇਗਾ, ਪਰ ਜੇ ਤੂੰ ਮੇਰੇ ਵੱਲ ਆਏਗਾ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਮਹਾਰਾਜ ਕਹਿੰਦੇ ਨੇ ਤੂੰ ਫਿਰ ਜਿਹੜੀ ਬਖਸ਼ਿਸ਼, ਕਿਉਂਕਿ ਬੀਜ ਜਿਹੜਾ ਅੰਦਰ ਹੁੰਦਾ ਨਾ ਜ਼ਮੀਨ ਦੇ, ਉਹਨੇ ਫੈਸਲਾ ਕਰਨਾ ਕਿ ਫਲ ਕਿਹੜਾ ਲੱਗਣਾ ਹੈ। ਜਿਹੜੀ ਅੰਦਰ ਦੀ ਸੋਚ, ਅੰਦਰ ਦੇ ਖਿਆਲ ਨੇ ਸਾਡੇ, ਫੈਸਲਾ ਉਹਨੇ ਕਰਨਾ ਵੀ ਇਹਨੂੰ ਕਿਹੜਾ ਫਲ ਲੱਗਣਾ ਹੈ। ਬਾਹਰੋਂ ਤੇ ਦਿਖਾ ਕੇ ਬੰਦਾ ਬਹੁਤ ਕੁਝ ਦਿਖਾ ਦਿੰਦਾ ਹੈ, ਵਿਖਾਵਾ ਤੇ ਬਹੁਤ ਕੁਝ ਹੁੰਦਾ ਹੈ। ਇਸ ਲਈ ਜਿਹੜਾ ਅੰਦਰ ਸਾਡੀ ਸੋਚ ਹੈ, ਜਿੱਦਾਂ ਦੇ ਅੰਦਰ ਖਿਆਲ ਨੇ, ਉਹ ਦੇਖਣੇ ਪੈਣੇ ਆ, ਫਲ ਸੋਚ ਨੂੰ ਲੱਗਣਾ ਹੈ। ਜੋ ਅਸੀਂ ਅੰਦਰੋਂ ਸੋਚ ਰਹੇ ਹਾਂ ਉਹਨੂੰ ਫਲ ਲੱਗਣਾ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਆਖਿਆ, ਕਲਮ ਜਲੋ ਸਣ ਮਸਵਾਣੀਐ, ਕਾਗਦ ਵੀ ਜਲ ਜਾਓ,
ਲਿਖਣ ਵਾਲਾ ਜਲ ਬਲੋ। ਹੁਣ ਇੱਥੇ ਲਿਖਣ ਵਾਲਾ ਅਸੀਂ ਕਹਿ ਰਹੇ ਹਾਂ ਵੀ ਲਿਖਣ ਵਾਲਾ ਤੇ ਪਰਮੇਸ਼ਵਰ ਹੈ, ਪਰ ਥੋੜੀ ਬਰੀਕੀ ਨਾਲ ਸਮਝਿਓ, ਗੱਲ ਪਰਮੇਸ਼ਵਰ ਦੀ ਨਹੀਂ ਹੈ, ਉਹ ਹੱਥ ਪਰਮੇਸ਼ਵਰ ਦਾ ਹੈ, ਹੱਥ ਪਰਮੇਸ਼ਵਰ ਦਾ ਹੈ। ਪਰ ਲਿਖਣ ਵਾਲਾ ਉਹ ਜਿਹੜਾ ਪੈਨ ਹੈ ਨਾ, ਪੈਨਸਲ ਹੈ, ਜਿਹੜੀ ਕਲਮ ਹੈ, ਉਹ ਲਿਖ ਰਹੀ ਹੈ, ਹੱਥ ਦੀ ਗੱਲ ਨਹੀਂ ਹੋ ਰਹੀ, ਲਿਖਣ ਵਾਲੇ ਦੀ ਗੱਲ ਹੈ। ਭਾਵ ਜਿਹੜਾ ਪੈਨ, ਉਹ ਪੈਨਸਲ ਚੱਲ ਰਹੀ ਹੈ, ਉਹ ਜਿਹੜਾ ਕਲਮ ਚੱਲ ਰਹੀ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਲਿਖਣ ਵਾਲਾ, ਉਹ ਲਿਖਣ ਜਿਹਦੇ ਨਾਲ ਲਿਖਿਆ ਜਾ ਰਿਹਾ ਨਾ, ਜਲ ਬਲੋ, ਮੈਂ ਕਹਿੰਦਾ ਉਹ ਵੀ ਸੜ ਜਾਏ, ਉਹ ਵੀ ਸੜ ਕੇ ਸੁਆਹ ਹੋ ਜਾਏ। ਕਿਉਂ? ਕਹਿੰਦੇ ਜਿਨ ਲਿਖਿਆ ਦੂਜਾ ਭਾਓ, ਜਿਨੇ ਐਸਾ ਕਹਿੰਦੇ ਲਿਖ ਦਿੱਤਾ ਦੂਜਾ ਭਾਉ ਦਾ ਅਰਥ ਨਿਰੰਕਾਰ ਨੂੰ ਛੱਡ ਕੇ ਸੰਸਾਰ ਨਾਲ ਮੋਹ ਪੈ ਗਿਆ। ਜਿਹੜਾ ਸਤ ਸੰਤੋਖ ਦਇਆ ਧਰਮ ਖਿਮਾ ਨੂੰ ਛੱਡ ਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ ਵਾਹ ਪੈ ਗਿਆ। ਜਿਨੇ ਇਹ ਦੂਜਾ ਭਾਉ ਜਿਹੜਾ ਸੀ ਇਹ ਲਿਖ ਦਿੱਤਾ ਹੈ, ਕਹਿੰਦੇ ਨੇ ਮੈਂ ਚਾਹੁੰਦਾ ਵੀ ਉਹ ਕਲਮ ਵੀ ਸੜ ਜਾਏ, ਔਰ ਉਹ ਜਿਹੜੀ ਮਸਵਾਣੀ ਹੈ ਉਹ ਵੀ ਸੜ ਜਾਏ, ਔਰ ਜਿਹੜਾ ਕਹਿੰਦੇ ਨੇ ਜਿਹਦੇ ਨਾਲ ਇਹ ਲੇਖ ਲਿਖਿਆ ਸੀ ਉਹ ਸਭ ਕੁਝ ਹੀ ਕਹਿੰਦੇ ਨੇ ਸੜ ਜਾਏ, ਜਿਹਨੇ ਇੱਕ ਵਾਹਿਗੁਰੂ ਨੂੰ ਛੱਡ ਕੇ ਸੰਸਾਰ ਦਾ ਭਾਉ ਪ੍ਰੇਮ ਅੰਦਰ ਪੈਦਾ ਕਰ ਦਿੱਤਾ। ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਪੂਰਬ ਲਿਖਿਆ ਕਮਾਵਣਾ ਅਵਰ ਨ ਕਰਨਾ ਜਾਏ। ਪੂਰਬ ਦਾ ਅਰਥ ਹੈ ਬੀਤ ਗਿਆ ਸਮਾਂ। ਬੀਤ ਗਏ ਸਮੇਂ ਦੇ ਵਿੱਚ ਜੋ ਕੁਝ ਕੀਤਾ ਸੀ ਉਹ ਲਿਖਿਆ, ਤੇ ਜੋ ਲਿਖਿਆ ਸੀ ਉਹ ਕਮਾਇਆ, ਤੇ ਜੋ ਕਮਾਇਆ ਸੀ ਅਵਰ ਨਾ ਕਰਨਾ ਜਾਏ। ਕਿਸੇ ਦੂਜੇ ਦੇ ਹੱਥ ਵਿੱਚ ਇਹ ਨਹੀਂ ਤਾਕਤ ਕਿ ਉਹਨੂੰ ਬਦਲ ਸਕੇ। ਹੁਣ ਬੀਜ ਆਪਾਂ ਜਿਹੜਾ ਸੀ, ਜਿਵੇਂ ਕਿੱਕਰ ਦੀ ਗੱਲ ਕੀਤੀ ਵੀ ਕਿੱਕਰ ਨੂੰ ਅਸੀਂ ਦਾ ਬੀਜ ਜਿਹੜਾ ਪਾ ਦਿੱਤਾ, ਹੁਣ ਉਹ ਜਦੋਂ ਪਾਇਆ ਸੀ ਮਹੀਨਾ ਪਹਿਲਾਂ, 2 ਮਹੀਨਾ, 6 ਮਹੀਨੇ, 8 ਮਹੀਨੇ ਪਹਿਲਾਂ ਪਾਇਆ ਸੀ, ਉਹ ਇੱਕ ਦਿਨ ਪੁੰਗਰ ਗਿਆ। ਜਦੋਂ ਉਹ ਪੁੰਗਰ ਗਿਆ ਤੇ ਅਸੀਂ ਕਹੀਏ ਵੀ ਨਹੀਂ ਹੁਣ ਬੀਜ ਬਦਲਣਾ ਹੈ, ਕਿਵੇਂ ਬਦਲੋਗੇ, ਉਹ ਤੇ ਪੁੰਗਰ ਚੁੱਕਾ ਹੈ। ਜਾਂ ਕੋਈ ਵੀ ਜਿਹੜਾ ਬੀਜ ਹੈ ਉਹ ਫਲ ਤੱਕ ਪਹੁੰਚ ਚੁੱਕਾ ਹੈ, ਰੁੱਖ ਬਣ ਗਿਆ, ਦਰਖਤ ਬਣ ਗਿਆ ਔਰ ਫਲ ਤੱਕ ਪਹੁੰਚ ਗਿਆ। ਅਸੀਂ ਕਹੀਏ ਵੀ ਹੁਣ ਬੀਜ ਬਦਲਣਾ ਹੈ, ਕਿਵੇਂ ਬਦਲਿਆ ਜਾਏਗਾ? ਉਹ ਬੀਜ ਜਿਹੜਾ ਬੀਜਿਆ ਉਹ ਨਹੀਂ ਬਦਲਿਆ ਜਾ ਸਕਦਾ। ਹੁਣ ਉਹ ਫਲ ਜਿਹੜਾ ਹੈ ਸਾਨੂੰ ਖਾਣਾ ਪਏਗਾ। ਹੁਣ ਅੱਗੋਂ ਸੋਚਣਾ ਵੀ ਬੀਜ ਕਿਹੜਾ ਬੀਜਣਾ ਹੈ, ਪਰ ਬੀਜੇ ਹੋਏ ਬੀਜ ਨੂੰ ਬਦਲਿਆ ਨਹੀਂ ਜਾ ਸਕਦਾ। ਪੂਰਬ ਲਿਖਿਆ ਕਮਾਵਣਾ, ਜੋ ਪੂਰਬਲੇ ਕਰਮ ਵਿੱਚ ਕੀਤਾ ਉਹ ਲਿਖਿਆ, ਤੇ ਜੋ ਲਿਖਿਆ ਲੇਖ ਨਾ ਮਿਟਈ ਹੈ ਸਖੀ। ਜੋ ਲਿਖਿਆ ਕਰਤਾਰ, ਜੋ ਕਰਤਾਰ ਨੇ ਲਿਖਿਆ ਉਹ ਹੁਣ ਕਮਾਉਣਾ ਪੈਣਾ ਹੈ। ਜੋ ਪੂਰਬਲੇ ਸਮੇਂ ਵਿੱਚ ਆਪਾਂ, ਇਹ ਤੇ ਪੂਰਬਲੇ ਸਮੇਂ 'ਚ ਸਾਨੂੰ ਸੋਚਣਾ ਪੈਣਾ ਸੀ ਨਾ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਕੀ ਚਾਹੀਦਾ ਹੈ। ਇਸੇ ਲਈ ਮਹਾਰਾਜ ਨੇ ਆਖਿਆ ਸੀ ਤੂੰ ਮੁੱਢ ਤੋਂ ਸੋਚਦਾ, ਮੁੱਢ ਤੋਂ ਤੇ ਸੋਚਿਆ ਹੀ ਨਹੀਂ। ਦੁਨੀਆ ਦੀ ਹਾਲਤ ਇਦਾਂ ਹੈ ਕਿ ਕੋਈ ਵੀ ਆਪਣੇ ਮਤਲਬ ਦਾ ਕੰਮ ਹੋਵੇ, ਆਪਣੇ ਫਾਇਦੇ ਦਾ ਕੰਮ ਹੋਵੇ, ਜਾਂ ਕੋਈ ਮਾੜਾ ਕਰਮ ਹੋਵੇ, ਉਦੋਂ ਨਹੀਂ ਉਹ ਸੋਚਦਾ। ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ ਉਦੋਂ 20 ਵਾਰੀ ਸੋਚਦਾ ਹੈ, ਤੇ 20 ਨੂੰ ਪੁੱਛਦਾ ਹੈ ਵੀ ਆਹ ਕੰਮ ਮੈਂ ਕਰ ਲਵਾਂ ਕਿ ਨਾ ਕਰਾਂ। ਸਲਾਹ ਲੈਂਦਾ ਹੈ, ਪਰ ਮਾੜਾ ਕੰਮ ਕਰਨ ਲੱਗਿਆਂ ਥੋੜ੍ਹੀ ਸਲਾਹ ਲੈਂਦਾ ਕਿਸੇ ਦੀ ਨਾ। ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ 20 ਦੀ ਸਲਾਹ ਲੈਂਦਾ ਹੈ, ਤੇ ਮਾੜਾ ਕੰਮ ਕਿਸੇ ਦੀ ਸਲਾਹ ਨਹੀਂ ਲੈਂਦਾ। ਇਸ ਲਈ ਮਹਾਰਾਜ ਨੇ ਤੇ ਰੋਜ਼ ਆਖਿਆ ਤੂੰ ਰੋਜ਼ ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ, ਧਿਆਨ ਰੱਖਿਓ, ਜਦੋਂ ਸੂਰਜ ਚੜ੍ਹ ਗਿਆ, ਦਿਨ ਚੜ੍ਹ ਗਿਆ, ਸੂਰਜ ਚੜ੍ਹਨ ਤੋਂ ਪਹਿਲਾਂ ਤੂੰ ਆਪਣੇ ਦਿਮਾਗ ਵਿੱਚ ਗੱਲ ਬਿਠਾ ਲੈ ਕਿ ਸਾਰਾ ਦਿਨ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਐਸਾ ਕੰਮ ਮੈਂ ਮੁੱਢ ਤੋਂ ਹੀ ਨਹੀਂ ਕਰਨਾ ਅੱਜ ਸਾਰਾ ਦਿਨ, ਜਿਹਦੇ ਨਾਲ ਮੈਨੂੰ ਕੱਲ ਆਉਣ ਵਾਲੇ ਸਮੇਂ 'ਚ ਪਛਤਾਉਣਾ ਪੈ ਜਾਏ। ਕਿਉਂਕਿ ਜਿਹੜਾ ਅੱਜ ਹੈ ਇਹ ਪੂਰਬਲਾ ਹੋ ਜਾਣਾ। ਫਿਰ ਪੂਰਬਲੇ ਦਾ ਅਰਥ ਬੀਤ ਗਿਆ ਸਮਾਂ। ਜੋ ਬੀਤ ਗਿਆ ਸਮਾਂ ਮੈਂ ਮੁੱਢ ਤੋਂ ਹੀ ਐਸਾ ਕਰਮ, ਕਿਉਂਕਿ ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਇਹ ਬਚਨ ਪੜ੍ਹ ਕੇ ਦਿਮਾਗ ਵਿੱਚ ਬਿਠਾਵਾਂਗੇ, ਤੇ ਫਿਰ ਜਦੋਂ ਦਿਨ ਚੜ੍ਹ ਗਿਆ ਫਿਰ ਉਹ ਪੂਰਬਲਾ ਹੀ ਹੋ ਗਿਆ।
ਦੁਪਹਿਰ ਆ ਗਏ, ਦੁਪਹਿਰ ਦਾ ਸਮਾਂ ਫਿਰ ਪੂਰਬਲਾ ਹੋ ਗਿਆ, ਸਵੇਰ ਦਾ ਸ਼ਾਮ ਆ ਗਈ ਤੇ ਪੂਰਬਲਾ ਹੋ ਗਿਆ। ਮੈਂ ਮੁੱਢ ਤੋਂ ਹੀ ਐਸਾ ਕਰਮ ਨਹੀਂ ਕਰਨਾ ਜਿਹਦੇ ਕਰਕੇ ਮੈਨੂੰ ਬਾਅਦ ਵਿੱਚ ਪਛਤਾਉਣਾ ਪੈ ਜਾਏ। ਇਸ ਲਈ ਸਾਹਿਬ ਨੇ ਆਖਿਆ ਹੁਣ ਜੋ ਪੂਰਬਲੇ ਸਮੇਂ ਵਿੱਚ ਕੀਤਾ ਉਹ ਲਿਖਿਆ, ਤਾਂ ਜੋ ਲਿਖਿਆ ਹੁਣ ਉਹ ਕਮਾਉਣਾ ਤੇ ਪੈਣਾ ਹੀ ਹੈ। ਉਸ ਰਾਹ ਤੁਰਨਾ ਹੀ ਤਾਂ ਪੈਣਾ ਹੀ ਹੈ। ਹੁਣ ਕੁਛ ਨਹੀਂ ਹੋ ਸਕਦਾ, ਕਿਉਂਕਿ ਬੀਜ ਬੀਜਿਆ ਜਾ ਚੁੱਕਾ ਹੈ। ਹੁਣ ਉਸ ਜਿਹੜਾ ਬੀਜਿਆ ਜਾ ਚੁੱਕਾ ਹੈ ਉਹਨੂੰ ਬਦਲਿਆ ਨਹੀਂ ਜਾ ਸਕਦਾ। ਹਾਂ, ਹੁਣ ਅੱਗੋਂ ਜਿਹੜਾ ਬੀਜ ਬੀਜਣਾ ਉਹ ਸੋਚਣਾ ਵੀ ਕਿਹੜਾ ਬੀਜਣਾ ਹੈ। ਉਹ ਸੋਚ ਕੇ ਅਸੀਂ ਬੀਜੀਏ ਵੀ ਅੱਗੋਂ ਕਰਮ ਕੈਸਾ ਕਰਨਾ ਹੈ, ਆਚਰਣ ਕਿੱਦਾਂ ਦਾ ਬਣਾਉਣਾ ਹੈ, ਜੀਵਨ ਕਿਸ ਤਰ੍ਹਾਂ ਦਾ ਬਣਾਉਣਾ ਹੈ। ਜੋ ਬੀਤ ਗਿਆ ਉਹਨੂੰ ਹੁਣ ਚੇਤੇ ਕਰ ਕਰਕੇ ਆਪਾਂ ਰੋਈ ਜਾਵਾਂਗੇ, ਕੋਈ ਫਾਇਦਾ ਨਹੀਂ। ਸੋਚਣਾ ਹੈ ਵੀ ਅੱਗੋਂ ਕਿਵੇਂ ਬੀਜਣਾ ਹੈ। ਤਾਂ ਗੁਰੂ ਸਾਹਿਬ ਜੀ ਨੇ ਆਖਿਆ ਵੀ ਉਹ ਕਲਮ ਵੀ ਸੜ ਜਾਏ, ਉਹ ਕਾਗਜ਼ ਵੀ ਸੜ ਜਾਏ, ਉਹ ਸ਼ਾਹੀ ਵੀ ਸੜ ਕੇ ਸਵਾਹ ਹੋ ਜਾਏ। ਇਹ ਕਿਉਂ ਕਹਿ ਰਹੇ ਆ? ਕਿਉਂਕਿ ਜਿਸ ਦਿਨ ਗੁਰੂ ਅੰਗਦ ਸਾਹਿਬ ਜੀ ਦੇ ਘਰ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੇ ਆਏ ਨੇ, ਜਦੋਂ ਬਖਸ਼ਿਸ਼ਾਂ ਮਿਲੀਆਂ ਤੇ ਫਿਰ ਕਹਿੰਦੇ ਨੇ ਉਹ ਸਮਾਂ ਜਿਹੜਾ ਮੈਨੂੰ ਬਾਹਰ ਦੇ ਤੀਰਥ ਤੇ ਲਿਜਾਂਦਾ ਰਿਹਾ, ਉਹ ਵੀ ਤੇ ਇੱਕ ਕਰਮ ਹੀ ਸੀ ਨਾ। ਜਿਹੜਾ ਮੈਨੂੰ ਬਾਹਰ ਦੇ ਤੀਰਥਾਂ ਦੀਆਂ ਯਾਤਰਾਵਾਂ ਇੰਨੇ ਸਾਲ ਕਰਾਉਂਦਾ ਰਿਹਾ, ਕਹਿੰਦੇ ਉਹ ਕਲਮ ਹੀ ਸੜ ਜਾਏ, ਉਹ ਸ਼ਾਹੀ ਹੋਈ ਸੜ ਜਾਏ ਜਿਹੜੀ ਮੈਨੂੰ ਉਸ ਰਾਹ ਲਿਜਾਂਦੀ ਰਹੀ, ਮੇਰੇ ਕੋਲੋਂ ਉਹ ਕਰਮ ਕਾਂਡ ਕਰਵਾਉਂਦੀ ਰਹੀ ਹੈ। ਇਸ ਲਈ ਮੈਂ ਚਾਹੁੰਦਾ ਵੀ, ਕਿਉਂਕਿ ਜੋ ਪੂਰਬ ਵਾਲਾ ਕਰਮ ਕੀਤਾ ਸੀ ਲਿਖਿਆ, ਉਹ ਕਮਾ ਲਿਆ, ਕਿਸੇ ਦੇ ਹੱਥ ਨਹੀਂ ਸੀ ਖੇਡ। ਹੁਣ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰ ਵਿੱਚ ਆਏ ਤਾਂ ਗੁਰਮਤ ਦਾ ਪ੍ਰਕਾਸ਼ ਹੋਇਆ, ਹੁਣ ਸਮਝ ਆਈ ਸਾਰੀ ਖੇਡ। ਗੁਰੂ ਅਮਰਦਾਸ ਮਹਾਰਾਜ ਜੀ ਇਸ ਸ਼ਲੋਕ ਵਿੱਚ ਸਮਝਾਉਂਦੇ ਹਨ। ਮਹਲਾ ਤੀਜਾ। ਹੋਰ ਕੂੜ ਪੜਨਾ ਕੂੜ ਬੋਲਣਾ, ਮਾਇਆ ਨਾਲ ਪਿਆਰ। ਨਾਨਕ ਵਿਣ ਨਾਵੈ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਸਤਿਗੁਰੂ ਜੀ ਇਹ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਸਾਨੂੰ ਸਮਝਾ ਰਹੇ ਆ ਕਿ ਜਿਹੜੇ ਅਸੀਂ ਪਰਮੇਸ਼ਵਰ ਦਾ ਦਰ, ਵਾਹਿਗੁਰੂ ਜੀ ਦਾ ਦਰ ਛੱਡ ਕੇ, ਸੱਚੇ ਨਾਮ ਦਾ ਆਸਰਾ ਛੱਡ ਕੇ ਤੇ ਅਧੂਰੀਆਂ ਥਾਵਾਂ ਤੇ ਭਟਕ ਰਹੇ ਹਾਂ। ਕਰਮ ਕਾਂਡ ਜਿਹੜੇ ਨੇ ਅਸੀਂ ਨਿਤ ਪ੍ਰਤੀ ਦਿਨ ਅਸੀਂ ਸਮਾਜ ਵਿੱਚ, ਸੰਸਾਰ ਵਿੱਚ ਕਰ ਰਹੇ ਹਾਂ। ਮਹਾਰਾਜ ਕਹਿੰਦੇ ਸਭ ਕੁਝ ਕੂੜ ਹੈ। ਕਿੰਨਿਆਂ ਨੇ ਸਾਨੂੰ ਮੰਤਰ ਬਣਾ ਕੇ ਦੇ ਦਿੱਤੇ ਨੇ ਵੀ ਆਹ ਮੰਤਰ ਜਪੀ ਜਾਓ, ਆਹ ਮੰਤਰ ਜਪੀ ਜਾਓ, ਆਹ ਜਪੀ ਜਾਓ। ਬੰਦਾ ਜਪੀ ਜਾ ਰਿਹਾ ਹੈ, ਪਰ ਸਾਨੂੰ ਸਾਹਿਬ ਨੇ ਆਖਿਆ ਸੀ ਤੂੰ ਕਿਸੇ ਨਾਲ ਨਹੀਂ, ਤੂੰ ਮੂਲ ਮੰਤਰ ਦੇ ਨਾਲ ਜੋੜ, ਜਿਹੜਾ ਸਾਰੀ ਦੁਨੀਆ ਦਾ ਮੂਲ ਹੈ, ਜਿਹੜਾ ਸਾਰੀ ਦੁਨੀਆ, ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਜਿੱਥੋਂ ਇਹ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ, ਉਹ ਸਾਰੀ ਸ੍ਰਿਸ਼ਟੀ ਦਾ ਮੂਲ ਹੈ। ਤੂੰ ਉਹਦੇ ਨਾਮ ਦੇ ਨਾਲ ਜੁੜ, ਤੂੰ ਉਸ ਬੀਜ ਨਾਲ ਜੁੜ ਜਿਹਦੇ ਨਾਲ ਇਹ ਫਲ ਮਿਲਿਆ ਹੈ, ਜਿਹਨੂੰ ਬੀਜ ਮੰਤਰ ਵੀ ਕਿਹਾ, ਮੂਲ ਮੰਤਰ ਵੀ ਕਿਹਾ, ਕਿਉਂਕਿ ਇਹ ਬੀਜ ਤੋਂ ਹੀ ਸੰਸਾਰ ਉਤਪੰਨ ਹੋਇਆ ਹੈ। ਤੇ ਜੇ ਉਹ ਬੀਜ ਨਿਰੰਕਾਰ ਨਾ ਹੁੰਦਾ ਤੇ ਫਿਰ ਸੰਸਾਰ ਕਿੱਥੋਂ ਹੁੰਦਾ? ਜੇ ਉਹ ਨਿਰੰਕਾਰ ਰੂਪੀ ਬੀਜ ਨਹੀਂ ਹੁੰਦਾ ਤੇ ਫਿਰ ਇਹ ਸੰਸਾਰ ਕਿੱਥੋਂ ਹੋਣਾ ਸੀ? ਇਹਦਾ ਮਤਲਬ ਉਹ ਨਿਰੰਕਾਰ ਬੀਜ ਹੈ ਤੇ ਇਹ ਸੰਸਾਰ ਫਲ ਹੈ। ਇਸੇ ਲਈ ਬੀਜ ਮੰਤਰ ਕਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਸਾਹਿਬ ਕਹਿੰਦੇ ਇੱਥੇ ਹੀ ਸਾਰੇ ਫਲ ਲੱਗਣੇ ਆ, ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜਿਆ। ਤੂੰ ਹੋਰ ਮੰਤਰ ਜਪੀ ਜਾ, ਜਿਹੜੇ ਦੁਨੀਆ ਦੇ ਬਣਾਏ ਹੋਏ ਆ। ਕਈ ਵਾਰੀ ਹੱਥ ਜੋੜ ਕੇ ਬੇਨਤੀ ਕੀਤੀ, ਆਪ ਸਾਰੇ ਸੂਝਵਾਨ ਹੋ ਕਿ ਜਿਹੜੀ ਬਾਣੀ ਸਾਨੂੰ ਦਿੱਤੀ ਹੈ ਇਹ ਇੱਥੇ ਸੰਸਾਰ ਵਿੱਚ ਨਹੀਂ ਬਣਾਈ ਗਈ, ਇਹ ਕਿਸੇ ਬੰਦੇ ਦੇ ਰਾਹੀਂ ਨਹੀਂ ਬਣਾਈ ਗਈ ਬਾਣੀ। 15 ਭਗਤ ਸਹਿਬਾਨ ਗੁਰਬਾਣੀ ਵਿੱਚ ਬੋਲ ਰਹੇ ਆ, ਪਰ ਕਿਤੇ ਵੀ ਕਬੀਰ ਸਾਹਿਬ ਨੇ ਕਿਹਾ ਹੋਵੇ ਵੀ ਇਹ ਮੇਰੇ ਬੋਲ ਨੇ, ਕਿਤੇ ਭਗਤ ਨਾਮਦੇਵ ਜੀ ਨੇ ਕਿਹਾ ਹੋਵੇ ਕਿ ਇਹ ਮੇਰੀ ਬਾਣੀ ਹੈ। ਨਾ ਭਗਤ ਸਾਹਿਬਾਨ ਨੇ ਆਖਿਆ ਤੇ ਨਾ ਗੁਰੂ ਸਾਹਿਬਾਨ ਨੇ ਆਖਿਆ,
ਉਹਨਾਂ ਆਖਿਆ ਵੀ ਇਹ ਤਾਂ ਕਰਤੇ ਦੀ ਬਾਣੀ ਹੈ, ਇਹ ਤਾਂ ਖਸਮ ਦੀ ਬਾਣੀ ਹੈ। ਉਹ ਤੇ ਜਿਵੇਂ ਉਹਨੇ ਬੁਲਵਾਇਆ ਅਸੀਂ ਉਵੇਂ ਹੀ ਬੋਲੇ ਹਾਂ। ਇਹ ਸਾਡੀ ਆਪਣੀ ਰਚਨਾ ਨਹੀਂ ਹੈ, ਇਹ ਸਾਡੀ ਆਪਣੀ ਬਣਾਈ ਹੋਈ ਨਹੀਂ ਹੈ। ਹਾਂ, ਜੇ ਭਗਤ ਸਾਹਿਬਾਨ ਦੇ ਨਾਮ ਆਏ ਆ ਉਹ ਇਸ ਕਰਕੇ ਆ ਵੀ ਇਹਨਾਂ ਦੇ ਰਾਹੀਂ ਇਹ ਖਜ਼ਾਨਾ ਸਾਨੂੰ ਮਿਲਿਆ। ਜਿਹੜੀ ਧੁਰੋਂ ਆ ਰਹੀ ਹੈ ਉਹ ਕੇਵਲ ਬਾਣੀ ਹੈ, ਜਿਹੜੀ ਧੁਰੋਂ ਆ ਰਹੀ ਹੈ, ਪਰ ਜਿਹਦੇ ਰਾਹੀਂ ਆ ਰਹੀ ਹੈ ਉਹਨੂੰ ਗੁਰਬਾਣੀ ਕਹਿੰਦੇ ਆ। ਇੱਕ ਬਾਣੀ ਹੈ, ਇੱਕ ਗੁਰਬਾਣੀ ਹੈ। ਬਾਣੀ ਜਿਹੜੀ ਧੁਰੋਂ ਆਈ ਹੈ ਪਰ ਜਿਹਦੇ ਰਾਹੀਂ ਆ ਰਹੀ ਹੈ ਉਹ ਗੁਰਬਾਣੀ ਹੈ, ਜਿਹਦੇ ਰਾਹੀਂ ਸਾਨੂੰ ਇਹ ਬਾਣੀ ਦਾ ਗਿਆਨ ਹੋ ਰਿਹਾ ਹੈ। ਇਸ ਲਈ ਸਾਹਿਬ ਜੀ ਨੇ ਆਖਿਆ ਹੋਰ ਕੂੜ ਪੜਨਾ, ਜੋ ਵੀ ਹੋਰ ਤੁਸੀਂ ਪੜ ਰਹੇ ਹੋ ਇਹ ਝੂਠ ਹੈ, ਕੂੜ ਹੈ। ਕੂੜ ਬੋਲਣਾ, ਹੋਰ ਜੋ ਵੀ ਅਸੀਂ ਬੋਲ ਰਹੇ ਹਾਂ ਇਹ ਵੀ ਕੂੜ ਹੈ। ਤੇ ਜੋ ਅਸੀਂ ਇਹ ਬੋਲ ਰਹੇ ਹਾਂ, ਇਹ ਪੜ ਰਹੇ ਹਾਂ, ਇਹ ਕੂੜ ਕਿਉਂ ਹੈ? ਮਾਇਆ ਨਾਲ ਪਿਆਰ। ਜਾਂ ਇਹਦੇ ਅਰਥ ਆਪਾਂ ਪਹਿਲਾਂ ਕਰ ਲਈਏ, ਮਾਇਆ ਨਾਲ ਪਿਆਰ। ਮਾਇਆ ਕੀ ਹੈ? ਰਜ ਗੁਣ, ਤਮ ਗੁਣ, ਸਤ ਗੁਣ। ਇਹ ਤਿੰਨ ਗੁਣਾਂ ਵਾਲੀ ਮਾਇਆ ਦੇ ਜਾਲ ਵਿੱਚ ਫਸ ਕੇ ਤੁਸੀਂ ਹੋਰ ਜਿਹੜੇ ਵੀ ਕੂੜ ਬੋਲ ਰਹੇ ਹੋ ਉਹ ਕੂੜੇ ਨੇ, ਤੇ ਜੋ ਪੜ ਰਹੇ ਹੋ ਉਹ ਵੀ ਕੂੜ ਹੈ। ਮਾਇਆ ਦੇ ਨਾਲ ਪਿਆਰ, ਸੰਸਾਰ ਨਾਲ ਪਿਆਰ ਪਾ ਕੇ। ਕਈ ਵਾਰ ਐਸਾ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਬਹੁਤ ਐਸੇ ਮਿਲਦੇ ਵੀ ਆ ਜਿਹੜੇ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰਦੇ ਆ ਕਿ ਸਾਨੂੰ ਧੀ ਪੁੱਤ ਦੀ ਦਾਤ ਬਖਸ਼ੋ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਜਾਂ ਕਰਵਾਉਂਦੇ ਆ ਵੀ ਅਰਦਾਸ ਕਰੋ ਸਾਨੂੰ ਕਿਤੇ ਘਰ ਵਿੱਚ ਧੀ ਪੁੱਤ ਦੀ ਦਾਤ ਮਿਲ ਜਾਏ। ਚਲੋ ਸਮਾਂ ਪਾ ਕੇ ਮਿਲ ਗਈ। ਜੇ ਕਿਤੇ ਉਹ ਪਰਿਵਾਰ ਕਿਤੇ ਉਹ ਮਿਲਦਾ ਤੇ ਉਹਨਾਂ ਨੇ ਆਖਿਆ ਵੀ ਵਧਾਈ ਹੋਵੇ, ਸਾਡੇ ਘਰ ਜਿਹੜੀ ਸੀ ਧੀ ਜਾਂ ਪੁੱਤਰ ਦੇ ਰੂਪ ਵਿੱਚ ਦਾਤ ਆ ਗਈ। ਤੇ ਪੁੱਛਿਆ ਵੀ ਇਹਦਾ ਨਾਮ ਜਿਹੜਾ ਤੁਸੀਂ ਰੱਖ ਦਿੱਤਾ? ਕਹਿਣ ਲੱਗੇ ਹਾਂਜੀ ਅਸੀਂ ਰੱਖ ਦਿੱਤਾ। ਕਿੱਥੇ? ਕਹਿੰਦੇ ਫਲਾਣੇ ਬਾਬਾ ਜੀ ਕੋਲ ਗਏ ਸੀ, ਉਹਨਾਂ ਨੇ ਮੁਖ ਤੋਂ ਆਖਿਆ ਇਹਦਾ ਨਾਮ ਰੱਖ ਦਿਓ, ਅਸੀਂ ਰੱਖ ਦਿੱਤਾ। ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਕੋਲ ਕਰਾਉਂਦੇ ਆ ਤੇ ਨਾਮ ਕਿਤੇ ਹੋਰ ਜਾ ਕੇ ਰਖਾਉਂਦੇ ਪਏ ਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਹੈ। ਆ ਜਿਹੜੇ ਹੋਰ ਥਾਵਾਂ ਤੇ ਤੁਸੀਂ ਭਟਕਦੇ ਪਏ ਹੋ ਨਾ, ਉਹ ਜਿਹੜੇ ਆਪਣੇ ਬੋਲ ਤੁਹਾਨੂੰ ਦੇ ਰਹੇ ਆ, ਉਹ ਕੂੜ ਪੜਨਾ, ਕੂੜ ਬੋਲਣਾ। ਇਸ ਲਈ ਮਹਾਰਾਜ ਨੇ ਆਖਿਆ ਸੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਤੇ ਕੱਚੀ ਨਹੀਂ ਕੂੜ ਬਣਨਾ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਇਹ ਬਾਣੀ ਕੱਚੀ ਹੈ। ਇਸ ਲਈ ਜੇ ਸੱਚ ਨਾਲ ਜੁੜਨਾ ਹੈ ਤੇ ਤੁਹਾਨੂੰ ਸੱਚ ਵਾਲਾ ਰਾਹ ਅਪਣਾਉਣਾ ਪਏਗਾ। ਹੁਣ ਮਾਇਆ ਨਾਲ ਪਿਆਰ ਸੀ, ਸੰਸਾਰ ਦੇ ਨਾਲ। ਜਿਹੜਾ ਸੰਸਾਰ ਨਾਲ ਪਿਆਰ ਸੀ, ਸੰਸਾਰੀ ਹੋਈ ਚੰਗੇ ਲੱਗ ਰਹੇ ਨੇ ਸਾਨੂੰ। ਅਸੀਂ ਸੰਸਾਰੀਆਂ ਅੱਗੇ ਹੀ ਜਿਹੜਾ ਉਹ ਨਾਕੜ ਰਗੜ ਰਹੇ ਹਾਂ, ਮੱਥੇ ਟੇਕ ਰਹੇ ਹਾਂ। ਸਤਿਗੁਰੂ ਮਹਾਰਾਜ ਨੇ ਆਖਿਆ ਨਹੀਂ, ਹੁਣ ਪਤਾ ਲੱਗਾ ਕਿ ਸੱਚੇ ਦੇ ਦਰ ਤੋਂ ਬਿਨਾਂ ਸਭ ਕੁਝ ਕੂੜ ਹੀ ਕੂੜ ਹੈ। ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਜਿਨ੍ਹਾਂ ਦਾ ਮਾਇਆ ਨਾਲ ਪਿਆਰ ਹੈ, ਸੰਸਾਰ ਨਾਲ, ਉਹ ਇੱਕ ਵਾਹਿਗੁਰੂ ਜੀ ਦੇ ਸੱਚੇ ਨਾਮ ਨੂੰ ਛੱਡ ਕੇ ਜੋ ਪੜ੍ਹਦੇ ਆ ਕੂੜ ਹੈ, ਜੋ ਬੋਲਦੇ ਆ ਉਹ ਕੂੜ ਹੈ। ਨਾਨਕ ਗੁਰੂ ਅਮਰਦਾਸ ਮਹਾਰਾਜ ਵਿਣ ਨਾਮੈ ਕੋ ਥਿਰ ਨਹੀਂ। ਸੱਚੇ ਨਾਮ ਤੋਂ ਬਿਨਾ ਕੁਛ ਵੀ ਥਿਰ ਰਹਿਣ ਵਾਲਾ ਨਹੀਂ ਹੈ, ਕੁਛ ਵੀ ਸਦੀਵੀ ਨਹੀਂ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਜੇ ਕੋਈ ਸਦਾ ਥਿਰ ਰਹਿਣ ਵਾਲੇ ਬੋਲ ਨੇ, ਉਹ ਕਿਹੜੇ ਨੇ? ਜੈਸੀ ਮੈਂ ਆਵੈ ਖਸਮ ਕੀ ਬਾਣੀ ਵਾਲੇ। ਉਹ ਕਿਹੜੇ ਬੋਲ ਨੇ? ਜਿਹੜਾ ਵਾਹਿਗੁਰੂ ਜੀ ਨੇ ਆਪ ਮੂੰਹੋਂ ਕਢਵਾਏ ਨੇ। ਸਤਿਗੁਰ ਕੀ ਬਾਣੀ ਸਤ, ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਸਦੀਵੀ ਰਹਿਣ ਵਾਲੇ ਨੇ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁਗ ਅਟਲ ਕਿਉਂ ਕਹਿੰਦੇ ਆ? ਪੂਰੀ ਦੁਨੀਆ ਦੇ ਵਿੱਚ, ਪੂਰੀ ਦੁਨੀਆ 'ਚ, ਆਲ ਵਰਲਡ ਦੇ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕੋਈ ਐਸਾ ਦੱਸੋ ਜਿਹਨੂੰ ਆਪਾਂ ਜੁਗੋ ਜੁਗ ਅਟਲ ਕਹਿ ਸਕੀਏ, ਜਿਹਨੂੰ ਅਸੀਂ ਕਹਿ ਸਕੀਏ ਵੀ ਇਹ ਜੁਗੋ ਜੁਗ ਅਟਲ ਹੈ।
ਇਹ ਉਹ ਬੋਲ ਨੇ ਜਿਹਨੂੰ ਦੁਨੀਆ ਦੀ ਕੋਈ ਤਾਕਤ ਮਿਟਾ ਨਹੀਂ ਸਕਦੀ ਹੈ। ਹੁਣ ਤੱਕ ਕਿੰਨੇ ਯਤਨ ਹੋਏ ਨੇ ਅੱਜ ਤੱਕ ਹਿਸਾਬ ਲਾ ਲਿਓ, ਕਿਤੇ ਸਰਚ ਕਰਕੇ ਵੇਖ ਲਿਓ ਕਿੰਨੀਆਂ ਕੋਸ਼ਿਸ਼ਾਂ, ਕਿੰਨੇ ਯਤਨ ਕੀਤੇ ਗਏ। ਪਰ ਕੀ ਇਹ ਬੋਲ ਮਿਟ ਗਏ? ਕੀ ਇਹ ਖਤਮ ਹੋ ਗਏ? ਨਹੀਂ, ਇਹ ਸਦੀਵੀ ਨੇ, ਇਹ ਸਦਾ ਰਹਿਣ ਵਾਲੇ ਬੋਲ ਨੇ, ਕਿਉਂਕਿ ਇਹ ਸਾਡੇ ਤੁਹਾਡੇ ਨਹੀਂ ਨਾ, ਇਹ ਤਾਂ ਕਰਤੇ ਦੇ ਬੋਲ ਨੇ। ਇਹ ਸਦੀਵੀ ਹੈ, ਇਸ ਲਈ ਜੁਗ ਹੋ ਜੁਗ ਅਟਲ ਦੀ ਅਸੀਂ ਜਿਹੜੀ ਆ ਪਦਵੀ ਦੇ ਕੇ ਕਹਿੰਦੇ ਆ ਕਿ ਇਹ ਜੁਗੋ ਜੁਗ ਅਟਲ ਰਹਿਣ ਵਾਲੇ ਆ। ਤੇ ਸਭ ਕਹਿੰਦੇ ਜਿਹੜੇ ਤੁਸੀਂ ਹੋਰ ਕੂੜ ਪੜਨਾ, ਕੂੜ ਬੋਲਣਾ, ਕਿਉਂਕਿ ਵਿਣ ਨਾਮੈ ਕੋ ਥਿਰ ਨਹੀਂ। ਪਰਮੇਸ਼ਵਰ ਦੇ ਨਾਮ ਤੋਂ ਬਿਨਾ ਹੋਰ ਕੁਝ ਵੀ ਥਿਰ ਨਹੀਂ ਹੈ, ਸਦਾ ਟਿਕਿਆ ਰਹਿਣ ਵਾਲਾ ਨਹੀਂ ਹੈ। ਇਹੀ ਸਭ ਕੁਝ ਜਿਹੜਾ ਇਹ ਕੂੜ ਹੋ ਗਿਆ। ਪੜ ਪੜ ਹੋਏ ਖੁਆਰ, ਇਸੇ ਲਈ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਂਖ ਵਖਾਣੀ। ਫਿਰ ਜਿਹੜੇ ਪੜ ਰਹੇ ਨੇ ਕੂੜ ਦੇ ਬੋਲ ਪੜ ਰਹੇ ਨੇ, ਕੂੜ ਦੇ ਬੋਲ ਸੁਣ ਰਹੇ ਨੇ, ਮਹਾਰਾਜ ਜੀ ਕਹਿੰਦੇ ਉਹ ਕੱਚੇ ਨੇ, ਤੇ ਨਾ ਉਹਨਾਂ ਦੇ ਬੋਲ ਸਦਾ ਰਹਿਣੇ ਆ, ਤੇ ਨਾ ਉਹ ਬੋਲਣ ਵਾਲੇ ਸਦਾ ਰਹਿਣੇ ਆ। ਨਾ ਸੁਣਨ ਵਾਲੇ ਸਦਾ ਰਹਿਣੇ ਆ, ਨਾ ਸੁਣਾਉਣ ਵਾਲੇ ਸਦਾ ਰਹਿਣੇ ਆ। ਇਹ ਤਾਂ ਪੜ ਪੜ ਕੇ ਖੁਆਰ ਹੋ ਰਹੇ ਨੇ, ਖੁਆਰੀ ਮਿਲ ਰਹੀ ਹੈ, ਭਟਕਣਾ ਵੱਧ ਰਹੀ ਹੈ, ਘਟ ਨਹੀਂ ਰਹੀ ਹੈ। ਸਾਡਾ ਜਿਹੜਾ ਉਹ ਆਵਾਗਮਨ ਉਸੇ ਤਰ੍ਹਾਂ ਹੀ ਬਣਿਆ ਹੋਇਆ, ਕਿਉਂਕਿ ਹਰ ਪਰਮੇਸ਼ਰ ਨੂੰ ਭੁਲਾ ਕੇ ਅਸੀਂ ਖੁਆਰੀ ਆਪਣੇ ਪੱਲੇ ਆਪ ਹੀ ਪਾ ਲਈ ਹੈ। ਹਰ ਬਿਸਰਤ ਸਦਾ ਖੁਆਰੀ। ਪਰ ਜਿਨ੍ਹਾਂ ਨੇ ਉਹਨੂੰ ਨਹੀਂ ਵਿਸਾਰਿਆ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਜਿਹਨੂੰ ਤੁਹਾਡਾ ਓਟ ਆਸਰਾ ਸੀ, ਉਹਨੂੰ ਕਿਤੇ ਧੋਖਾ ਨਹੀਂ ਮਿਲਿਆ। ਨਾ ਉਹ ਧੋਖਾ ਖਾ ਸਕਦਾ ਹੈ, ਨਾ ਉਹ ਮਰੇ, ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਏ। ਇਸ ਲਈ ਮਹਾਰਾਜ ਕਹਿੰਦੇ ਪੜ ਕੇ ਖੁਆਰੀ ਹੋ ਰਹੇ ਨੇ, ਕਿਉਂਕਿ ਉਹਦੇ ਤੋਂ ਬਿਨਾ ਸਭ ਕੁਝ ਕੂੜ ਹੈ। ਅਸੀਂ ਕੂੜ ਵਿੱਚੋਂ ਨਿਕਲ ਕੇ ਕੁੜਿਆਰ ਤੋਂ ਤਾਂ ਸਚਿਆਰ ਬਣਨ ਆਏ ਆ। ਤੇ ਜੇ ਅਸੀਂ ਕੂੜ ਦੇ ਹੀ ਬੋਲਦੇ ਰਹੇ, ਫਿਰ ਕੁੜਿਆਰ ਤੋਂ ਸਚਿਆਰ ਕਿਵੇਂ ਹੋਵਾਂਗੇ? ਜੇ ਅਸੀਂ ਕੂੜ ਹੀ ਸੁਣਦੇ ਰਹੇ, ਕੂੜ ਹੀ ਬੋਲਦੇ ਰਹੇ, ਤੇ ਫਿਰ ਸਚਿਆਰ ਕਿੱਥੇ ਹੋਵਾਂਗੇ? ਅਸੀਂ ਤੇ ਆਏ ਆ ਸਚਿਆਰ ਹੋਣ ਵਾਸਤੇ। ਜਿਨ੍ਹਾਂ ਨੂੰ ਕੱਚੀ ਬਾਣੀ ਦਾ ਰਸ ਆਉਂਦਾ ਨਾ, ਕੱਚੀ ਬਾਣੀ ਦਾ ਸਵਾਦ ਆਉਂਦਾ, ਉਹ ਬਹਿ ਸਕਦੇ ਆ ਸਤ ਸੰਗਤ ਵਿੱਚ, ਕਦੇ ਗੁਰਬਾਣੀ ਦਾ ਕੀਰਤਨ ਸੁਣਨ। ਉਹ ਕਹਿੰਦੇ ਸਵਾਦ ਨਹੀਂ ਆਇਆ, ਸਵਾਦ ਨਹੀਂ ਆਇਆ। ਗੁਰਬਾਣੀ ਦਾ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਨੇ ਇੱਕ ਇੱਕ ਸੁਰ ਤੇ ਮਿਹਨਤ ਕਰਕੇ, ਇਹ ਨਹੀਂ ਵੀ ਕੱਲੀਆਂ ਉਂਗਲਾਂ ਹੀ ਹਾਰਮੋਨੀਅਮ ਤੇ ਚਲਾਈਆਂ, ਇੱਕ ਇੱਕ ਸੁਰ ਤੇ ਮਿਹਨਤ ਕਰਕੇ ਉਹਨੂੰ ਤਾਲ ਦੇ ਵਿੱਚ ਲਿਆ ਕੇ ਉਹਨੂੰ ਗਾਇਆ, ਤੇ ਸੁਣਨ ਵਾਲੇ ਨੂੰ ਸਵਾਦ ਨਹੀਂ ਆਇਆ, ਸੁਣਨ ਵਾਲੇ ਨੂੰ ਰਸ ਨਹੀਂ ਆਇਆ। ਕਿਉਂ? ਕਿਉਂਕਿ ਫਿਰ ਜੇ ਸੱਚੀ ਬਾਣੀ ਸੁਣ ਕੇ ਸਵਾਦ ਨਹੀਂ ਆਇਆ, ਇਹਦਾ ਮਤਲਬ ਸਚਿਆਰ ਨਹੀਂ ਹੈ ਤੂੰ, ਫਿਰ ਤੂੰ ਕੁੜਿਆਰ ਹੈ। ਇਹ ਮੰਨਣਾ ਪੈਣਾ ਹੈ। ਫਿਰ ਤੂੰ ਕੂੜ ਨਾਲ ਭਰਿਆ ਹੋਇਆ, ਤਾਂ ਹੀ ਤੇ ਸੱਚੀ ਬਾਣੀ ਦਾ ਤੈਨੂੰ ਸਵਾਦ ਨਹੀਂ ਆਇਆ, ਸੱਚੀ ਬਾਣੀ ਦਾ ਤੈਨੂੰ ਰਸ ਨਹੀਂ ਆਇਆ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ, ਕਹਿੰਦੇ ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਮੈ ਕੋ ਥਿਰ ਨਹੀਂ। ਪੜ ਪੜ ਹੋਏ ਖੁਆਰ, ਉਹ ਪੜ ਕੇ ਫਿਰ ਖੁਆਰ ਹੀ ਹੁੰਦੇ ਹਨ। ਪੌੜੀ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਉ ਹੈ ਧਰਮ ਕਾ। ਹੁਣ ਆਪਾਂ ਮੂਲ ਵਿਚਾਰਨ ਤੇ ਆਉਣਾ ਹੈ, ਕਿਉਂਕਿ ਗੁਰੂ ਰਾਮਦਾਸ ਜੀ ਨੇ ਜੋ ਸਮਝਾਇਆ, ਗੁਰੂ ਅਮਰਦਾਸ ਜੀ ਉਹਨੂੰ ਆਪਣੇ ਤਰੀਕੇ ਦੇ ਨਾਲ ਸਮਝਾਇਆ ਕਿ ਜੋ ਵੀ ਅਸੀਂ ਕਰਮ ਕੀਤੇ ਆ, ਸਾਡੇ ਆਚਰਨ ਰੂਪੀ ਕਾਗਜ਼ ਦੇ ਉੱਤੇ ਉਹ ਲੇਖ ਲਿਖਿਆ ਗਿਆ। ਅਸੀਂ ਕੂੜਿਆਰ ਬਣ ਕੇ ਕੂੜ ਮਗਰ ਹੀ ਘੁੰਮਦੇ ਰਹੇ, ਅਸੀਂ ਝੂਠ ਦੇ ਬੋਲ ਹੀ ਬੋਲਦੇ ਰਹੇ, ਤੇ ਝੂਠ ਦੇ ਰਾਹ ਹੀ ਅਸੀਂ ਤੁਰਦੇ ਰਹੇ। ਭਾਵ ਧਰਮ ਦੇ ਨਾਮ ਤੇ ਅਧੂਰੇ ਕਰਮ ਕਰਦੇ ਰਹੇ, ਪਰ ਉਸ ਵੱਡੇ ਦੀ ਵਡਿਆਈ ਤਾਂ ਕੀਤੀ ਨਹੀਂ, ਕਰਤੇ ਦੀ ਵਡਿਆਈ ਤਾਂ ਕੀਤੀ ਨਹੀਂ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ, ਹਰ ਕੀ ਵਡਿਆਈ ਵੱਡੀ ਹੈ।
ਉਹ ਕਰਤੇ ਦੀ ਵਡਿਆਈ ਵੱਡੀ ਹੈ, ਆਪਾਂ ਬੰਦੇ ਦੀ ਵਡਿਆਈ ਵੱਡੀ ਮੰਨ ਲਈ। ਅਸੀਂ ਆਖਿਆ ਵੀ ਇਹਦੀ ਵਡਿਆਈ ਸਭ ਤੋਂ ਵੱਡੀ ਹੈ। ਅਸੀਂ ਉਹਨੂੰ ਮਾਇਆ ਦੇ ਤਲ ਤੇ, ਧਨ ਦੇ ਤਲ ਤੇ, ਪਦਾਰਥਾਂ ਦੇ ਤਲ ਤੇ, ਅਹੁਦਿਆਂ ਦੇ ਤਲ ਤੇ ਲੈ ਕੇ ਅਸੀਂ ਉਹਦੀ ਵਡਿਆਈ ਵੱਡੀ ਕਰਤੀ। ਪਰ ਸਭ ਤੋਂ ਵੱਡੀ ਵਡਿਆਈ ਤਾਂ ਉਹਦੀ ਹੈ ਜਿਹਦਾ ਦਰਬਾਰ ਸਭ ਤੋਂ ਵੱਡਾ ਹੈ। ਜਿਹੜੇ ਦੁਨੀਆ ਉੱਤੇ ਦਰਬਾਰ ਬਣ ਗਏ ਉਹਨਾਂ ਦੀ ਵਡਿਆਈਆਂ ਕਰਨ ਲੱਗ ਪਏ, ਪਰ ਮਹਾਰਾਜ ਕਹਿੰਦੇ ਨਹੀਂ, ਉਹਦੀ ਵਡਿਆਈ ਕਰ ਜਿਹਦਾ ਦਰਬਾਰ ਸਭ ਤੋਂ ਵੱਡਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਹਿਚਲ ਚੌਰ ਛੱਤ। ਉਹਦੀ ਵਡਿਆਈ ਕਰ ਜਿਹਦੇ ਦਰਬਾਰ ਤੋਂ ਵੱਡਾ ਦਰਬਾਰ ਹੀ ਕੋਈ ਨਹੀਂ ਹੈ। ਜਿਹਦੇ ਦਰ ਤੇ ਹਮੇਸ਼ਾ ਸੱਚ ਦੀ ਆਵਾਜ਼ ਹੀ ਜਿਹੜੀ ਹੈ ਉਹ ਸੁਣੀ ਤੇ ਸੁਣਾਈ ਜਾਂਦੀ ਹੈ। ਜਿੱਥੇ ਸਦਾ ਨਿਆਂ ਹੁੰਦਾ ਹੈ, ਕਦੇ ਅਨਿਆਂ ਨਹੀਂ ਹੁੰਦਾ। ਇਸ ਲਈ ਕਹਿੰਦੇ ਨੇ ਉਹਦੀ ਵਡਿਆਈ ਕਰਤੇ ਦੀ ਵੱਡੀ ਹੈ। ਤੇ ਉਹ ਕਿਵੇਂ ਹੋਣੀ ਹੈ? ਉਹ ਹੋਣੀ ਹੈ ਉਹਦੇ ਕੀਰਤਨ। ਕੀਰਤਨ ਦਾ ਅਰਥ ਉਹਦੀ ਉਸਤਤ ਕਰਕੇ। ਹਰ ਕੀਰਤਨ ਹਰ ਕਾ, ਇਹ ਦੋ ਵਾਰੀ ਹਰ ਆਇਆ। ਇੱਕ ਵਿਦਵਾਨ ਦੇ ਅਰਥ ਜਿਹੜੇ ਉਹਨਾਂ ਨੇ ਕੀਤੇ ਆ ਉਹ ਪੜ੍ਹ ਰਿਹਾ ਸੀ ਕਿ ਇੱਕ ਹਰ ਦਾ ਅਰਥ ਹੈ ਹਰੀ ਪਰਮੇਸ਼ਵਰ, ਔਰ ਇੱਕ ਹਰ ਦਾ ਅਰਥ ਹੈ ਹਰ ਲੈਣਾ। ਹਰ ਲੈਣ ਦਾ ਮਤਲਬ ਕਿ ਜਿਵੇਂ ਦੁੱਖ ਹਰ ਲਏ, ਦੂਰ ਕਰ ਦੇਣੇ। ਕਹਿੰਦੇ ਉਸ ਕਰਤੇ ਦੀ ਵਡਿਆਈ ਵੱਡੀ ਹੈ। ਜਦੋਂ ਤੂੰ ਕੀਰਤਨ ਵਿੱਚ ਉਹਦੀ ਵਡਿਆਈ ਕਰੇਗਾ ਉਹ ਤੇਰੇ ਦੁੱਖ ਹਰ ਲਏਗਾ। ਉਹ ਤੇਰੀ ਜਿਹੜੇ ਦੁੱਖ ਨੇ ਉਹ ਹਰ ਲਏਗਾ। ਉਹ ਹਰੀ ਪਰਮੇਸ਼ਵਰ, ਇਸ ਲਈ ਉਹਦੀ ਵਡਿਆਈ ਵੱਡੀ ਹੈ। ਜਿਹਦਾ ਕੀਰਤਨ ਕੀਤਿਆਂ ਉਹ ਦੁੱਖ ਦੂਰ ਹੋ ਜਾਂਦੇ ਨੇ, ਦੁੱਖ ਕੱਟੇ ਜਾਂਦੇ ਨੇ, ਰੋਗ ਕੱਟੇ ਜਾਂਦੇ ਨੇ, ਆਵਾਗਮਨ ਜਿਹੜਾ ਹੈ ਉਹ ਕੱਟਿਆ ਜਾਂਦਾ ਹੈ। ਇਸੇ ਲਈ ਮਹਾਰਾਜ ਨੇ ਆਖਿਆ ਸੀ ਆ ਘੋਰ ਕਲਯੁਗ ਵਰਤ ਰਿਹਾ ਨਾ, ਇਹਦੇ ਵਿੱਚ ਲੋਕ ਕਰਮ ਕਾਂਡਾਂ ਵਿੱਚ ਫਸੇ ਪਏ ਨੇ, ਵਹਿਮਾਂ ਭਰਮਾਂ ਵਿੱਚ ਫਸੇ ਪਏ ਨੇ। ਤੇ ਗੁਰੂ ਸਾਹਿਬ ਨੇ ਆਖਿਆ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਤੁਸੀਂ ਗੁਰਮੁਖ ਬਣ ਕੇ ਧਿਆਨ ਲਾ ਕੇ ਕਿਤੇ ਜੁੜ ਕੇ ਵੇਖੋ, ਤੁਹਾਨੂੰ ਕਰਤੇ ਦੀ ਵਡਿਆਈ ਵਿੱਚ ਬੜਾ ਕੁਝ ਮਿਲ ਜਾਏਗਾ। ਇਸ ਲਈ ਹਰ ਕੀ ਵਡਿਆਈ ਵੱਡੀ ਹੈ, ਜਾ ਨਿਆਓ ਹੈ ਧਰਮ ਕਾ। ਇੱਥੇ ਜਾ ਨਹੀਂ ਬੋਲਣਾ, ਬਿੰਦੀ ਲਾ ਕੇ ਨਹੀਂ ਬੋਲਣਾ। ਇੱਥੇ ਆਪਾਂ ਜਾ ਬੋਲਣਾ ਹੈ, ਜਿਸ ਦੀ। ਜਾ ਦਾ ਅਰਥ ਹੈ ਜਦੋਂ, ਜਾਂ ਜਿਹਦਾ ਮਤਲਬ ਜਿਸ ਦੇ। ਕਹਿਣ ਲੱਗੇ ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਓ ਹੈ ਧਰਮ ਕਾ, ਜਿਸ ਦਾ, ਜਿਹੜਾ ਧਰਮ ਦਾ, ਮਰਿਆਦਾ ਦਾ, ਰੂਲ ਦੇ ਮੁਤਾਬਕ ਜਿਹਦਾ ਨਿਆਂ ਹਮੇਸ਼ਾ ਸੱਚਾ ਹੁੰਦਾ ਹੈ, ਕਦੇ ਝੂਠਾ ਨਹੀਂ ਹੁੰਦਾ। ਭਾਵ ਜਿਹਦੇ ਦਰ ਉੱਤੇ ਹਮੇਸ਼ਾ ਨਿਆਂ ਹੀ ਹੁੰਦਾ ਹੈ। ਇੱਥੇ ਜਾ ਦਾ ਅਰਥ ਜਿਸ ਦਾ ਕਰਾਂਗੇ ਆਪਾਂ। ਜਿਸ ਦਾ ਮਤਲਬ ਹਰ ਕੀ ਵਡਿਆਈ ਵੱਡੀ ਹੈ। ਕਹਿੰਦੇ ਨੇ ਉਹਦੀ ਵਡਿਆਈ ਕਰਤੇ ਦੀ ਕਿਉਂ ਵੱਡੀ ਹੈ? ਕਿਉਂਕਿ ਜਿਹਦੇ ਦਰ ਉੱਤੇ ਹਮੇਸ਼ਾ ਨਿਆਂ ਹੀ ਹੁੰਦਾ ਹੈ, ਜਿਹਦੇ ਦਰ ਤੇ ਹਮੇਸ਼ਾ ਇਨਸਾਫ ਹੀ ਹੁੰਦਾ ਹੈ, ਜਿਹਦੇ ਦਰ ਉੱਤੇ ਕਿਸੇ ਦਾ ਨਾਲ ਵਿਤਕਰਾ ਨਹੀਂ ਹੁੰਦਾ ਹੈ, ਕਿਸੇ ਦਾ ਪਲੜਾ ਭਾਰੀ ਵੇਖ ਕੇ ਫੈਸਲਾ ਨਹੀਂ ਸੁਣਾਇਆ ਜਾਂਦਾ ਹੈ। ਇਸ ਲਈ ਉਸ ਕਰਤੇ ਦੀ ਵਡਿਆਈ ਵੱਡੀ ਹੈ, ਕਿਉਂਕਿ ਉਹ ਅਸਲ ਵਿੱਚ ਧਰਮੀ ਹੈ। ਉਹ ਆਪਣੀ ਮਰਿਆਦਾ ਜਿਹੜੀ ਉਹਨੇ ਬਣਾਈ ਆ, ਉਹਦੇ ਤੋਂ ਜਿਹੜੇ ਉਹਨੇ ਰੂਲ ਬਣਾਏ ਆ, ਅਸੀਂ ਰੂਲ ਬਣਾਉਂਦੇ ਵੀ ਆਪ ਆ ਤੇ ਤੋੜ ਵੀ ਆਪ ਹੀ ਦਿੰਦੇ ਆ। ਅਸੀਂ ਮਰਿਆਦਾ ਬਣਾਉਂਦੇ ਵੀ ਆਪ ਆ ਤੇ ਅਮਰਿਆਦਾ ਤੋਂ ਨਿਕਲ ਵੀ ਆਪ ਹੀ ਜਾਂਦੇ ਆ। ਬੇਨਤੀ ਹੈ ਗੁਰੂ ਸਾਹਿਬ ਕਿਰਪਾ ਕਰਨ। ਅੱਜ ਅਸੀਂ ਨਾ ਮਰਿਆਦਾਵਾਂ ਦੇ ਵਿੱਚ ਵੰਡੇ ਜਾ ਚੁੱਕੇ ਆ। ਇੰਨੀਆਂ ਮਰਿਆਦਾਵਾਂ ਬਣ ਗਈਆਂ। ਮਰਿਆਦਾ ਇੱਕੋ ਹੀ ਹੁੰਦੀ ਹੈ, ਪਰ ਮਰਿਆਦਾਵਾਂ ਕਿਉਂਕਿ ਬੜੀਆਂ ਬਣ ਗਈਆਂ। ਜਿੰਨੇ ਧੜੇ ਬਣ ਗਏ, ਜਿੰਨੀਆਂ ਸੁਸਾਇਟੀਆਂ ਬਣ ਗਈਆਂ, ਜਿੰਨੇ ਅਸਥਾਨ ਬਣ ਗਏ, ਸਾਰਿਆਂ ਨੇ ਆਪੋ ਆਪਣੀਆਂ ਬਣਾ ਲਈਆਂ। ਪਰ ਜਿਹੜੀ ਅਸਲ ਮੂਲ ਵਿੱਚ ਸੀ ਉਹਦੇ ਨਾਲ ਤਾਂ ਵਿਰਲੇ ਹੀ ਜੁੜ ਕੇ ਰਹਿ ਗਏ। ਰਾਤ ਵੀ ਇਹੀ ਬੇਨਤੀ ਕੀਤੀ ਸੀ ਕਿ ਸੰਗਤ ਦੁਬਦਾ ਵਿੱਚ ਹੈ। ਸੰਗਤ ਕਹਿੰਦੀ ਆ ਦੱਸੋ ਸਾਨੂੰ ਅਸੀਂ ਕਿਹਦੇ ਮਗਰ ਲੱਗੀਏ। ਕਿਉਂਕਿ ਰਾਤ ਜਿਹੜਾ ਇਤਿਹਾਸ ਵਿੱਚ ਜਗਨਨਾਥਪੁਰੀ ਮਹਾਰਾਜ ਨੇ ਉੱਥੇ ਸ਼ਬਦ ਉਚਾਰਿਆ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ।
ਹੁਣ ਮਹਾਰਾਜ ਨੇ ਕਿਹਾ ਵੀ ਆ ਤੁਹਾਡੀ ਥਾਲੀ ਇਹ ਕਰਤੇ ਦੇ ਅੱਗੇ ਇਹ ਆਰਤੀ ਇਦਾਂ ਨਹੀਂ, ਕੁਦਰਤ ਆਰਤੀ ਕਰ ਰਹੀ ਹੈ ਕਰਤੇ ਦੀ। ਉਹ ਸਾਡੀ ਆਰਤੀ ਤੇ ਡਿਪੈਂਡ ਨਹੀਂ ਹੈ ਕਿ ਅਸੀਂ ਥਾਲੀ ਲੈ ਕੇ ਆਰਤੀ ਉਤਾਰਾਂਗੇ, ਨਹੀਂ, ਉਹਦੀ ਤਾਂ ਕੁਦਰਤ ਆਪਣੇ ਆਪ ਆਰਤੀ ਹੋ ਰਹੀ ਹੈ ਉਹਦੀ ਤਾਂ। ਪਰ ਅਸੀਂ ਕੀ ਕੀਤਾ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਥਾਲ ਲੈ ਕੇ ਖਲੋ ਗਏ, ਸੰਗਤ ਦੁਬਿਧਾ ਚ ਪੈ ਗਈ। ਸੰਗਤ ਕਹਿੰਦੀ ਦੱਸੋ ਜੀ ਗੁਰੂ ਗ੍ਰੰਥ ਸਾਹਿਬ ਅੱਗੇ ਆ ਥਾਲ ਲੈ ਕੇ ਖਲੋਣਾ ਕਿ ਨਹੀਂ ਖਲੋਣਾ, ਇਹ ਫੈਸਲਾ ਕਿਹਨੇ ਕਰਨਾ ਹੈ? ਅਸੀਂ ਆਪ ਹੀ ਵੰਡੇ ਗਏ ਹਾਂ, ਹੁਣ ਫੈਸਲਾ ਕੌਣ ਕਰੇਗਾ? ਗੁਰਬਾਣੀ ਦੀ ਜਿਹੜੀ ਪੜ੍ਹਨੀ ਹੈ ਔਂਕੜ ਲਾ ਕੇ ਪੜ੍ਹਨੀ ਹੈ, ਨਹੀਂ ਪੜ੍ਹਨੀ ਹੈ, ਇਹ ਫੈਸਲਾ ਕਿਹਨੇ ਕਰਨਾ ਹੈ? ਦੁਬਿਧਾ ਵਿੱਚ ਫਸ ਗਏ, ਕਿਉਂਕਿ ਉਚਾਰਨ ਦੋਵੇਂ ਚੱਲ ਰਹੇ ਆ। ਇਹ ਸਾਨੂੰ ਆਪ ਜਿਹੜੇ ਆ ਉਹ ਬੈਠ ਕੇ ਫੈਸਲਾ ਕਰਕੇ ਤੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਨਿਰਣਾ ਕਰਕੇ ਸੰਗਤ ਨੂੰ ਦੱਸਣਾ ਚਾਹੀਦਾ ਹੈ ਵੀ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ। ਆਰਤੀ ਦਾ ਸ਼ਬਦ ਗਾਇਨ ਸੰਗਤ ਵਿੱਚ ਬੈਠ ਕੇ ਇਦਾਂ ਸਰਵਨ ਕਰਨਾ ਹੈ, ਥਾਲੀ ਘੁਮਾ ਕੇ ਨਹੀਂ ਕਰਨਾ। ਪਰ ਅਸੀਂ ਆਪ ਹੀ ਵੰਡੇ ਆ, ਕੀ ਕਰਾਂਗੇ ਅਸੀਂ? ਇਹੀ ਕਾਰਨ ਹੈ ਕਿ ਅਸੀਂ ਖਿੰਡੇ ਪਏ ਆ। ਸਾਡੇ ਖਿੰਡਣ ਦਾ ਕਾਰਨ ਹੀ ਇਹ ਹੈ, ਆ ਹੱਥ ਖੁੱਲਾ ਹੈ ਨਾ ਤੇ ਪੰਜੇ ਉਂਗਲਾਂ ਵੱਖਰੀਆਂ ਵੱਖਰੀਆਂ ਨੇ, ਕੋਈ ਵੀ ਇਹਨੂੰ ਅਲੱਗ ਕਰ ਦਿੰਦਾ। ਪਰ ਜਦੋਂ ਤੁਸੀਂ ਮੁੱਠੀ ਬੰਦ ਕਰਦੇ ਹੋ ਤੇ ਫਿਰ ਪਾਵਰ ਵੱਧ ਜਾਂਦੀ ਆ ਨਾ। ਹੁਣ ਅਸੀਂ ਹੱਥ ਖੁੱਲਾ ਹੋਇਆ ਹੈ, ਇਹ ਕੋਈ ਉਂਗਲ ਕਿਤੇ ਤੁਰੀ ਫਿਰਦੀ ਹੈ, ਕੋਈ ਕਿਤੇ, ਕੋਈ ਮਰਿਆਦਾ ਬਣਾਈ ਬੈਠਾ, ਕੋਈ ਸਿਸਟਮ ਬਣਾਈ ਬੈਠਾ। ਅਸੀਂ ਇੱਕ ਮੁੱਠ ਹੋਣਾ ਸਾਨੂੰ ਗੁਰਬਾਣੀ ਨੇ ਸਿਖਾਇਆ। ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਭਾਈ ਦਇਆ ਸਿੰਘ ਕਿੱਥੋਂ ਆਏ ਆ? ਭਾਈ ਧਰਮ ਸਿੰਘ ਕਿੱਥੋਂ ਆਏ ਨੇ? ਭਾਈ ਹਿੰਮਤ ਸਿੰਘ ਜੀ ਕਿੱਥੋਂ ਆਏ ਆ? ਭਾਈ ਮੋਹਕਮ ਸਿੰਘ ਜੀ ਕਿੱਥੋਂ ਆਏ ਆ? ਭਾਈ ਸਾਹਿਬ ਸਿੰਘ ਕਿੱਥੋਂ ਆਏ ਆ? ਪਰ ਜਦੋਂ ਮਹਾਰਾਜ ਨੇ ਤਿਆਰ ਕੀਤਾ ਤੇ ਇੱਕ ਕਰ ਦਿੱਤਾ। ਹੁਣ ਪੰਜਾਂ ਵਿੱਚੋਂ ਪਛਾਣਿਆ ਕੋਈ ਨਹੀਂ ਜਾਂਦਾ ਵੀ ਦਇਆ ਸਿੰਘ ਜੀ ਕਿਹੜੇ ਨੇ, ਧਰਮ ਸਿੰਘ ਜੀ ਕਿਹੜੇ ਨੇ, ਕਿਉਂਕਿ ਪੰਜੇ ਪਿਆਰਿਆਂ ਦਾ ਰੂਪ ਬਣ ਗਏ। ਅੱਜ ਸਾਡਾ ਦੁਖਾਂਤ ਹੈ ਇਹ। ਸਾਨੂੰ ਅੱਜ ਦੇਖੋ ਬੜੀ ਵਾਰ ਬੇਨਤੀ ਕੀਤੀ ਹੈ, ਆਉਣ ਵਾਲੇ ਸਾਡੀ ਜਿਹੜੀ ਪੀੜ੍ਹੀ ਹੈ ਉਹ ਸਾਨੂੰ ਦੋਸ਼ ਦੇ ਵੀ ਰਹੀ ਹੈ ਤੇ ਦੇਵੇਗੀ ਵੀ ਜੇ ਅਸੀਂ ਅੱਜ ਨਾ ਸੰਭਲੇ। ਸਾਨੂੰ ਇੱਕ ਮੁੱਠ ਹੋਣਾ ਪੈਣਾ ਹੈ, ਸਾਨੂੰ ਰਲ ਕੇ ਇੱਕ ਮਰਿਆਦਾ ਵਿੱਚ ਰਹਿ ਕੇ ਚੱਲਣਾ ਪੈਣਾ, ਤਾਂ ਹੀ ਦੂਜਿਆਂ ਨੂੰ ਸਿਖਾਵਾਂਗੇ ਆਪਾਂ। ਪਰ ਅਸੀਂ ਅੱਜ ਦੁਬਿਧਾ ਵਿੱਚ ਫਸੇ ਹਾਂ। ਮਹਾਰਾਜ ਨੇ ਕਿਹਾ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਤੇ ਅਸੀਂ ਤੁਰੇ ਹੋਏ ਆ। ਫਿਰ ਕਿਵੇਂ ਗੱਲ ਬਣੇਗੀ? ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ ਉਸ ਕਰਤੇ ਦੀ ਵਡਿਆਈ ਵੱਡੀ ਹੈ, ਕਿਉਂਕਿ ਉਹਦੇ ਘਰ ਵਿੱਚ ਸਦਾ ਨਿਆਂ ਹੁੰਦਾ ਹੈ। ਉਹ ਧਰਮ ਦੇ ਵਿੱਚ ਉਹ ਬਣਾਈ ਹੋਈ ਮਰਿਆਦਾ ਵਿੱਚ ਰਹਿ ਕੇ ਨਿਆਂ ਕਰਦਾ ਹੈ। ਉਹ ਆਪਣੇ ਬਣਾਏ ਹੋਏ ਰੂਲ ਜਿਹੜੇ ਨੇ ਤੋੜ ਕੇ ਉਹਦੇ ਤੋਂ ਬਾਹਰ ਹੋ ਕੇ ਨਹੀਂ ਚੱਲਦਾ। ਉਹਦੀ ਬਣਾਈ ਹੋਈ ਕੁਦਰਤ ਜਿਹੜੀ ਹੈ ਉਹ ਚੱਲ ਰਹੀ ਹੈ। ਖਿਲਵਾੜ ਅਸੀਂ ਕਰ ਰਹੇ ਹਾਂ, ਉਹ ਆਪਣੀ ਕੁਦਰਤ ਨਾਲ ਖਿਲਵਾੜ ਉਹ ਆਪ ਨਹੀਂ ਕਰ ਰਿਹਾ, ਅਸੀਂ ਕੁਦਰਤ ਨਾਲ ਖਿਲਵਾੜ ਕੀਤਾ ਹੈ, ਜਿਹਦਾ ਭੁਗਤਾਨ ਵੀ ਸਾਨੂੰ ਭੁਗਤਣਾ ਪੈਂਦਾ ਹੈ। ਖੈਰ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਰਤੇ ਦੀ ਵਡਿਆਈ ਵੱਡੀ ਹੈ, ਕਿਉਂਕਿ ਉਹਦੀ ਉਸਤਤ ਕਰਨ ਨਾਲ ਦੁੱਖ ਹਰ ਲਏ ਜਾਂਦੇ ਆ। ਉਹਦੀ ਵਡਿਆਈ ਵੱਡੀ ਹੈ, ਜਿਹਦੇ ਦਰ ਤੇ ਹਮੇਸ਼ਾ ਨਿਆਂ ਇਨਸਾਫ ਹੁੰਦਾ ਹੈ। ਹਰ ਕੀ ਵਡਿਆਈ ਵੱਡੀ ਹੈ, ਜਾ ਫਲ ਹੈ ਜੀ ਕਾ। ਹਰ ਕੀ ਵਡਿਆਈ ਵੱਡੀ ਹੈ, ਜਾ ਨਾ ਸੁਣੀ ਕਹਿਆ ਚੁਗਲ ਕਾ। ਕਰਤੇ ਦੀ ਵਡਿਆਈ ਸਭ ਤੋਂ ਵੱਡੀ ਹੈ, ਕਿਉਂਕਿ ਉਹਦੀ ਵਡਿਆਈ ਵਿੱਚ ਫਲ ਹੈ ਜੀ ਕਾ, ਸਰੀਰ ਦਾ ਨਹੀਂ, ਜੀ ਕਾ। ਜੀ ਕੌਣ ਹੈ? ਜਿੰਦ, ਜੀਵ, ਆਤਮਾ। ਇਹ ਜਿਹੜੀ ਕਰਤੇ ਦੀ ਵਡਿਆਈ ਗੁਰਬਾਣੀ ਵਿੱਚੋਂ ਕਰਨੀ ਹੈ ਨਾ, ਉਹਦੀ ਉਸਤਤ ਕਰਨੀ ਹੈ, ਉਹਦੇ ਨਾਲ ਸਾਨੂੰ ਸਾਡੇ ਜੀ ਦਾ ਫਲ ਮਿਲਣਾ ਹੈ। ਤੇ ਜੀ ਦਾ ਫਲ ਕੀ ਹੈ? ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ। ਜਿਹੜਾ ਗੋਬਿੰਦ ਨੂੰ ਮਿਲਣਾ ਇਹ ਸਾਡੇ ਜੀ ਜਿੰਦ ਦਾ ਫਲ ਹੈ। ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ। ਆ ਸੱਜਣ ਦਾ ਪ੍ਰਗਟ ਹੋਣਾ ਸਾਡਾ ਅਸਲ ਫਲ ਹੈ। ਕਹਿੰਦੇ ਨੇ ਜਦੋਂ ਕਰਤੇ ਦੀ ਵਡਿਆਈ ਕਰੋਗੇ ਤਾਂ ਤੁਹਾਡੇ ਜੀਵ ਨੂੰ ਇਹ ਫਲ ਮਿਲ ਜਾਏਗਾ। ਹਰ ਕੀ ਵਡਿਆਈ ਵੱਡੀ ਹੈ, ਜਨ ਸੁਣਈ ਕਹਿਆ ਚੁਗਲ ਕਾ। ਜਿਹੜਾ
ਕਿਸੇ ਵੀ ਚੁਗਲਖੋਰ ਦੇ ਚੁਗਲ ਵਾਲੇ ਬੋਲ ਸੁਣ ਕੇ ਫੈਸਲਾ ਨਹੀਂ ਕਰਦਾ। ਜਿਹੜੇ ਕੰਨਾਂ ਦੇ ਕੱਚੇ ਹੁੰਦੇ ਆ ਨਾ, ਉਹ ਹਮੇਸ਼ਾ ਜਿਹੜੇ ਚੁਗਲਖੋਰ ਹੁੰਦੇ ਉਹਨਾਂ ਨੂੰ ਪਤਾ ਹੈ ਵੀ ਇਹ ਕੰਨਾਂ ਦੇ ਕੱਚੇ ਨੇ, ਜਿਹੜੇ ਇਹਨਾਂ ਦੇ ਕੰਨਾਂ 'ਚ ਬੋਲ ਪਾ ਦਾਂਗੇ ਮੰਨ ਜਾਣਗੇ ਉਹ। ਪਰ ਪਰਮੇਸ਼ਵਰ ਨਹੀਂ ਉਹ ਗੱਲਾਂ ਵਿੱਚ ਆਉਂਦਾ। ਬੰਦਾ ਆ ਸਕਦਾ ਹੈ ਪਰ ਉਹ ਕਰਤਾ ਵਾਹਿਗੁਰੂ ਨਹੀਂ ਆ ਸਕਦਾ। ਉਹ ਕਿਸੇ ਚੁਗਲਖੋਰ ਦੀ ਚੁਗਲੀ ਵਾਲੀ ਗੱਲ ਸੁਣ ਕੇ ਫੈਸਲਾ ਨਹੀਂ ਕਰਦਾ ਹੈ। ਇਸੇ ਲਈ ਉਹਦੀ ਵਡਿਆਈ ਵੱਡੀ ਹੈ। ਹਰ ਕੀ ਵਡਿਆਈ ਵੱਡੀ ਹੈ। ਜਾਂ ਨਾ, ਨੰਨੇ ਨੂੰ ਨਾ ਬੋਲਣਾ। ਆਪਾਂ ਆਮ ਤੌਰ ਤੇ ਕੰਨਾਂ ਲਾ ਦਿੰਦੇ ਆ ਨਾ। ਕਹਿੰਦੇ ਨੇ ਜਾ ਨਾ ਸੁਣਈ ਕਹਿਆ ਚੁਗਲ ਕਾ, ਜਿਹੜਾ ਕਦੇ ਵੀ ਕਿਸੇ ਚੁਗਲ ਦੇ ਬੋਲ ਨਹੀਂ ਸੁਣਦਾ ਹੈ। ਹਰ ਕੀ ਵਡਿਆਈ ਵੱਡੀ ਹੈ, ਪੁੱਛਿਆ ਦਾਨ ਦੇਵ ਕਾ। ਸਭ ਤੋਂ ਵੱਡੀ ਗੱਲ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਉਹਦੀ ਵਡਿਆਈ ਕਿਉਂ ਵੱਡੀ ਹੈ? ਕਿਉਂਕਿ ਜਦੋਂ ਉਹ ਦਾਨ ਬਖਸ਼ਿਸ਼ ਦਿੰਦਾ ਨਾ, ਉਹ ਕਿਸੇ ਨੂੰ ਤੇ ਆ ਪੁੱਛਿਆ, ਉਹ ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ ਵੀ ਇਹਨੂੰ ਮੈਂ ਆ ਦਾਤ ਦੇ ਦਿਆਂ ਕਿ ਨਾ ਦਿਆਂ। ਜਾਂ ਫਿਰ ਇੱਥੇ ਆਇਆ ਆ ਪੁੱਛਿਆ, ਇੱਕ ਆਉਂਦਾ ਅਣ ਮੰਗਿਆ। ਉਹ ਕਈ ਵਾਰੀ ਇੰਨਾ ਤੁਰੁੱਠ ਜਾਂਦਾ ਹੈ ਕਿ ਕਈ ਵਾਰੀ ਅਣਮੰਗਿਆ ਹੀ ਬੜਾ ਕੁਛ ਦੇ ਦਿੰਦਾ ਹੈ। ਇਸ ਲਈ ਆ ਪੁੱਛਿਆ, ਕਿਸੇ ਨੂੰ ਪੁੱਛ ਕੇ ਨਹੀਂ ਉਹ ਦਾਤ ਦਿੰਦਾ। ਉਹ ਜੋ ਦਾਤ ਦਿੰਦਾ ਹੈ ਆਪਣੀ ਮੌਜ ਵਿੱਚ ਆ ਕੇ ਵਾਹਿਗੁਰੂ ਜੀ ਦਾਤਾਂ ਦਿੰਦੇ ਨੇ। ਇਸ ਲਈ ਹਰ ਕੀ ਵਡਿਆਈ ਵੱਡੀ ਹੈ। ਅਸੀਂ ਕਰਤੇ ਦੀ ਵਡਿਆਈ ਕਰਨੀ ਹੈ। ਤੇ ਕਰਤੇ ਦੀ ਵਡਿਆਈ ਕਿਵੇਂ ਹੋਏਗੀ? ਸੱਚੀ ਬਾਣੀ ਨਾਲ, ਸੱਚੇ ਨਾਮ ਦੇ ਨਾਲ ਜੁੜ ਕੇ। ਜਦੋਂ ਅਸੀਂ ਕਰਤੇ ਦੀ ਵਡਿਆਈ ਨਾਲ ਜੁੜਾਂਗੇ ਸਾਡੇ ਵੀ ਦੁੱਖ ਹਰ ਲਏਗਾ। ਉਹਦੀ ਵਡਿਆਈ ਨਾਲ ਜੁੜਾਂਗੇ ਸਾਨੂੰ ਵੀ ਨਿਆਂ ਮਿਲੇਗਾ। ਉਹਦੀ ਵਡਿਆਈ ਨਾਲ ਜੁੜਾਂਗੇ ਸਾਡੇ ਜੀ ਨੂੰ ਫਲ ਮਿਲੇਗਾ। ਉਹਦੀ ਵਡਿਆਈ ਨਾਲ ਜੁੜਾਂਗੇ ਤੇ ਫਿਰ ਉਹ ਕਿਸੇ ਨੂੰ ਪੁੱਛ ਕੇ ਨਹੀਂ, ਉਹ ਤੁਰੁੱਠ ਕੇ ਸਾਡੀ ਝੋਲੀ ਵਿੱਚ ਰਹਿਮਤਾਂ ਤੇ ਬਖਸ਼ਿਸ਼ਾਂ ਦੀਆਂ ਦਾਤਾਂ ਪਾ ਕੇ ਸਾਨੂੰ ਨਿਵਾਜ ਦੇਗਾ। ਇਸ ਲਈ ਅਸੀਂ ਸੱਚੇ ਗੁਰੂ ਦੇ ਦਰ ਤੇ ਆ ਕੇ ਸੱਚੇ ਦੀ ਵਡਿਆਈ ਕਰਨ ਲਈ ਅਰਦਾਸ ਬੇਨਤੀ ਕਰਦੇ ਰਹੀਏ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਏਹ, ਨਾਨਕ ਚਾਓ ਏਹ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਇਹ ਅਰਦਾਸ ਕਰਦੇ ਰਹੀਏ। ਸਮਰੱਥ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਬਾਣੇ ਬਾਣੀ ਦੇ ਧਾਰਨੀ ਬਣੀਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਹਰ ਕੀ ਵਡਿਆਈ ਵੱਡੀ ਹੈ, ਜਾ ਨਾ ਸੁਣੀ ਕਹਿਆ ਚੁਗਲ ਕਾ। ਹਰ ਕੀ ਵਡਿਆਈ ਵੱਡੀ ਹੈ, ਪੁੱਛਿਆ ਦਾਨ ਦੇਵ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।